जो जन करੈ ਸੋ ਜਨ ਉਤਰ ਨਿਹਾਰ। ਨਾਨਕ ਗੁਰ ਗੁਰ ਅਵਤਾਰ। ਗਦਾਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੋ ਸੀਖ ਸੁਣੋ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ। ਧੰਨ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਰਹਿਤਨਾਮਿਆਂ ਦੇ ਅੰਦਰ ਬਚਨ ਲਿਖਾਏ ਨੇ। ਇਹ ਮੇਰੇ ਸਿੱਖੋ ਪਿਆਰਿਓ, ਆਪ ਜੀ ਇੱਕ ਸੀਖ ਮੇਰੀ ਸੁਣੋ ਕਿ ਜਿਹੜੀ ਗੁਰੂ ਕੀ ਬਾਣੀ ਹੈ ਉਹ ਸ਼ੁੱਧ ਪੜੋ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਸਮੇਂ ਸਿੱਖਾਂ ਨੇ ਕਿਹਾ, ਮਹਾਰਾਜ ਆਪ ਜੀ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦੇ ਹੋ? ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਹਾ, ਜਿਹੜਾ ਸ਼ੁੱਧ ਗੁਰਬਾਣੀ ਪੜ੍ਹਦਾ ਉਹਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ। ਮਹਾਰਾਜ ਨੇ ਬਚਨ ਉਚਾਰਨ ਕੀਤੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਵੀ ਜਿਹੜਾ ਵਿਅਕਤੀ ਗੁਰਬਾਣੀ ਦਾ ਭੈ ਤੇ ਅਦਬ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੈ। ਸਿੱਖਾਂ ਨੇ ਕਿਹਾ, ਮਹਾਰਾਜ ਜੋ ਗੁਰਬਾਣੀ ਦਾ ਭੈ ਅਦਬ ਕਰੇ, ਮਹਾਰਾਜ ਨੇ ਕਿਹਾ ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਵੀ ਉਹ ਵਿਅਕਤੀ ਬਹੁਤੇ ਯਤਨ ਕਰਨ ਤੋਂ ਬਿਨਾ ਗੁਰਬਾਣੀ ਦਾ ਜੇ ਭੈ ਅਦਬ ਕਰੇਗਾ, ਬਹੁਤੇ ਯਤਨ ਕਰੇ ਤੋਂ ਬਿਨਾ ਭਵ ਸਾਗਰ ਤੋਂ ਪਾਰ ਉਤਰੇਗਾ। ਤੇ ਦਸਵੇਂ ਪਾਤਸ਼ਾਹ ਦੇ ਵੇਲੇ ਦੀ ਜੋ ਸਾਖੀ ਹੈ, ਜਿਸ ਤੋਂ ਦਮਦਮੀ ਟਕਸਾਲ ਦਾ ਪ੍ਰਚਲਿਤ ਹੋਇਆ, ਦਸਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਦਰਬਾਰ ਦੇ ਅੰਦਰ ਇੱਕ ਸਿੱਖ ਤੋਂ ਦੱਖਣੀ ਓਂਕਾਰ ਦਾ ਪਾਠ ਸੁਣ ਰਹੇ ਸਨ, ਤੇ ਤੁਕ ਆਈ ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਉਹ ਸਿੱਖ ਨੇ ਕਰਤੇ ਕੀਮਤ ਕਰਤਾ ਜਾਣੈ ਉਹਦੇ ਕੇ ਪਾਠ ਕਰਤਾ, ਦੁਲਾਵਾਂ ਹਟਾ ਕੇ ਤੇ ਲਾਂ ਲਾ ਕੇ ਤੇ ਪਾਠ ਕਰਤਾ। ਮਹਾਰਾਜ ਨੇ ਆਪਣੇ ਹਜ਼ੂਰੀ ਸਿੰਘ ਨੂੰ ਕਿਹਾ, ਉੱਠ ਕੇ ਇਹਨੂੰ ਤਮਾਂਚੇ ਮਾਰੋ, ਥੱਪੜ ਮਾਰੋ। ਸਿੱਖ ਨੇ ਜਦੋਂ ਉਹਦੇ ਬਾਣੀ ਪੜ੍ਹਦੇ ਦੇ ਥੱਪੜ ਪਏ, ਭੋਗ ਤੋਂ ਬਾਅਦ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਵੀ ਆਹ ਕੀ ਖੇਡ ਹੈ? ਬਈ ਗੁਰਬਾਣੀ ਪੜ੍ਹਦੇ ਤਾਂ ਸਾਨੂੰ ਜਮਾਂ ਦੀ ਮਾਰ ਤੋਂ ਬਚਾਅ ਹੁੰਦਾ ਹੈ, ਪਰ ਮੈਨੂੰ ਗੁਰਬਾਣੀ ਪੜ੍ਹਦਿਆਂ ਨੂੰ ਥੱਪੜ ਮਾਰੇ ਨੇ। ਮਹਾਰਾਜ ਕਹਿੰਦੇ, ਤੂੰ ਗੁਰੂ ਕੀ ਬਾਣੀ ਨੂੰ ਤੋੜ ਮਰੋੜ ਕੇ ਜਦੋਂ ਪੜ੍ਹਿਆ, ਗੁਰੂ ਕੀ ਬਾਣੀ ਨੂੰ ਅਸ਼ੁੱਧ ਪੜ੍ਹਿਆ, ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਉਂਗਲ ਕੀਤੀ ਹੈ, ਮਹਾਰਾਜ ਨੂੰ ਮਾਰਿਆ। ਜਦੋਂ ਅਸੀਂ ਗੁਰਬਾਣੀ ਅਸ਼ੁੱਧ ਪੜ੍ਹਦੇ ਹਾਂ ਤੇ ਅਸੀਂ ਗੁਰੂ ਪਾਤਸ਼ਾਹ ਮਹਾਰਾਜ ਦੀ ਬੇਅਦਬੀ ਕਰਦੇ ਹਾਂ।
ਸੋ ਮਹਾਰਾਜ ਕਹਿੰਦੇ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਤਾਂ ਹੋਏਗਾ ਜੇ ਤੂੰ ਸ਼ੁੱਧ ਗੁਰਬਾਣੀ ਪੜ੍ਹੇਗਾ, ਅਸ਼ੁੱਧ ਗੁਰਬਾਣੀ ਨਾਲ ਨਹੀਂ। ਸੋ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿੰਨੇ ਹੀ ਸਿੱਖਾਂ ਜੋ ਅਸ਼ੁੱਧ ਬਾਣੀ ਪੜ੍ਹ ਰਹੇ ਆ, ਆਪ ਜੀ ਕਿਰਪਾ ਕਰੋ ਸਾਨੂੰ ਸ਼ੁੱਧ ਗੁਰਬਾਣੀ ਪੜ੍ਹਨ ਦਾ ਬੋਧ ਬਖਸ਼ਿਸ਼ ਕਰੋ। ਫਿਰ ਉੱਥੋਂ ਪ੍ਰਚਲਿਤ ਹੋਈ ਦਮਦਮੀ ਟਕਸਾਲ, ਜਦੋਂ ਮਹਾਰਾਜ ਜੀ ਨੇ ਆਪ ਸਿੰਘਾਂ ਨੂੰ ਅਰਥ ਪੜ੍ਹਾਏ, ਸ਼ੁੱਧ ਗੁਰਬਾਣੀ ਪੜ੍ਹਾਈ, ਟਕਸਾਲ ਦੇ ਅੰਦਰ ਮਰਿਆਦਾ ਚੱਲੀ, ਪਾਠ ਬੋਧ ਸਮਾਗਮਾਂ। ਅੱਜ ਅਸੀਂ ਪੰਥ ਕੈਂਪ ਦੇ ਅੰਦਰ ਜਪਜੀ ਸਾਹਿਬ ਦੀ ਜਿਹੜਾ ਸਾਡਾ ਚੌਥਾ ਦਿਨ ਹੈ, ਜਪਜੀ ਸਾਹਿਬ ਦੇ ਸ਼ੁੱਧ ਪਾਠ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਆਪ ਜੀ ਨੂੰ ਮੁੱਖ ਪਾਠ ਕਰਾਉਣਗੇ। ਭਾਈ ਸਾਹਿਬ ਭਾਈ ਉਪਕਾਰ ਸਿੰਘ ਜੀ ਵਿਸ਼ਰਾਮਾਂ ਦਾ ਤੇ ਵਿੱਚੋਂ ਟਿਊਕ ਮਾਤਰ ਅਰਥਾਂ ਦਾ ਬੋਧ ਕਰਾਉਣਗੇ। ਭਾਈ ਸਾਹਿਬ ਭਾਈ ਸੁਪ੍ਰੀਤ ਸਿੰਘ ਜੀ ਨਿਊਯਾਰਕ ਵਾਲੇ, ਉਹ ਵੀ ਵਿੱਚੋਂ ਆਪ ਜੀ ਨੂੰ ਪਾਠਾਂ ਦੇ ਅੰਦਰ ਅਰਥਾਂ ਦਾ ਬੋਧ, ਵਿਸ਼ਰਾਮਾਂ ਦਾ ਬੋਧ, ਭਾਵ ਅਰਥਾਂ ਦਾ ਬੋਧ, ਸ਼ਬਦਾਰਥ ਅਰਥਾਂ ਦਾ ਬੋਧ ਕਰਾਉਣਗੇ। ਸਾਰਾ ਤਾਂ ਕਰਨਾ ਬਹੁਤ ਸਮਾਂ ਚਾਹੀਦਾ, 4-5 ਘੰਟੇ ਜੇ ਆਪਾਂ ਲੜੀਵਾਰ ਹਰ ਚੀਜ਼ ਨੂੰ ਬੜੇ ਧਿਆਨ ਨਾਲ ਕਰੀਏ। ਪਰ ਜਿੱਥੇ ਮੇਜਰ ਗਲਤੀਆਂ ਹੁੰਦੀਆਂ ਉਚਾਰਨ ਦੇ ਅੰਦਰ, ਉਹ ਅਸੀਂ ਰਲ ਮਿਲ ਕੇ ਵਿਚਾਰ ਲਈਏ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਝਿਜਕਿਚਾਇਓ ਨਾ। ਅਸੀਂ ਪਾਠ ਬੋਧ ਸਮਾਗਮ ਦੇ ਅੰਦਰ ਇੱਕ ਓਪਨ ਡਿਸਕਸ਼ਨ ਹੀ ਰੱਖੀ ਹੋਈ ਹੈ। ਜੇ ਤੁਸੀਂ ਕਿੱਥੇ ਉਚਾਰਨ ਬਾਰੇ ਯੂ ਵਾਂਟ ਟੂ ਆਸਕ ਸਮਥਿੰਗ, ਯੂ ਕੈਨ ਜਸਟ ਆਸਕ ਦਾ ਕੁਐਸਚਨ ਰਿਗਾਰਡਿੰਗ ਉਚਾਰਨ ਔਰ ਐਨੀ ਅਰਥ, but it's like not complete Japji Sahib Arth, so it's part both samagam, that's ucharan, so we will focus on the ucharan only. So let us start without wasting much of the time. ਸਾਰੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਜੁਝਾਰ ਸਿੰਘ ਜੀ ਆਪ ਜੀ ਨਾਲ ਪਾਠ ਸਾਂਝਾ ਕਰਨਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਾਂਜੀ, ਇੱਥੇ ਪਾਠ ਸਾਰੇ ਨੋਟ ਕਰਨਗੇ। ਜਦੋਂ ਇੱਕ ਬੋਲਣਾ ਹੈ, ਇੱਕ, ਤਦੋਂ ਅਸੀਂ ਇੱਕ ਨੂੰ ਓੰਕਾਰ ਤੋਂ ਅੱਡ ਕਰਕੇ ਪੜ੍ਹਨਾ। ਇੱਕ ਓੰਕਾਰ, ਇੱਕ ਨੂੰ ਅੱਡ ਪੜ੍ਹਨਾ। ਇਕੱਠੇ ਪੜੋਗੇ ਤੇ ਇੱਕ ਓੰਕਾਰ ਏਦਾਂ ਨਿਕਲੇਗਾ। ਇੱਕ ਨੂੰ ਅੱਡ ਪੜ੍ਹਨਾ, ਇੱਕ ਓੰਕਾਰ। ਠੀਕ ਹੈ ਜੀ, ਇੱਥੇ ਧਿਆਨ ਦੇਣਾ। ਤੇ ਦੂਜਾ ਭਾਈ ਸਾਹਿਬ ਨੇ ਜਦੋਂ ਪਾਠ ਕੀਤਾ, ਤੁਸੀਂ ਧਿਆਨ ਦਿੱਤਾ ਹੋਏਗਾ, ਅਜੂਨੀ ਸਹਿ ਭੰਗ। ਜਿਹੜਾ ਅਜੂਨੀ ਬੋਲਣਾ ਹੈ, ਐੜੇ ਨੂੰ ਜੂਨੀ ਤੋਂ ਅੱਡ ਕਰਕੇ ਬੋਲਣਾ। ਤੇ ਸਹਿ ਭੰਗ, ਉੱਥੇ ਮੂੰਹ ਨੂੰ ਖੁੱਲਾ ਰੱਖਣਾ। ਗੱਗੇ ਦੇ ਲਈ, ਟਿੱਪੀ ਦੇ ਲਈ ਹੈ, ਉਹ ਗੱਗੇ ਦੇ ਲਈ ਨਹੀਂ ਹੈ। ਸਹਿ ਭੰਗ, ਉਹ ਚੀਜ਼ ਵੱਲ ਧਿਆਨ ਦੇਣਾ। ਤੇ ਅੱਗੇ ਆਦ ਸੱਚ ਜਦੋਂ ਬੋਲਣਾ ਹੈ, ਤਦੋਂ ਉੱਥੇ ਵਿਸ਼ਰਾਮ ਹੈ, ਜਮਕੀ ਹੈ ਛੋਟੀ। ਜੁਗਾਦ ਸੱਚ, ਉੱਥੇ ਵੀ ਇੱਥੇ ਉੱਤੇ ਹੁਣ ਵਿਸ਼ਰਾਮ ਦੇ ਕੇ ਅੱਗੇ ਅਸੀਂ ਚੱਲਣਾ ਹੈ। ਭੀ ਸੱਚ, ਇੱਥੇ ਫਿਰ ਨਾਨਕ ਤੇ ਜਮਕੀ ਹੈ। ਨਾਨਕ ਹੋਸੀ ਭੀ ਸੱਚ। ਆਪ ਜੀ ਨੋਟਸ, ਜੇ ਤੁਹਾਨੂੰ ਜਿਹੜੀ ਕਾਪੀ ਮਿਲੀ ਹੈ ਕੈਂਪ ਪੰਥ ਵੱਲੋਂ, ਉਹਦੇ ਤੇ ਨੋਟ ਕਰ ਸਕਦੇ ਹੋ ਤੁਸੀਂ। ਜੇ ਕੁਝ ਤੁਹਾਨੂੰ ਲੱਗਦਾ ਹੈ ਵੀ ਪਾਠ ਨੋਟ ਕਰਨਾ ਹੈ ਤਾਂ ਭਾਈ ਉਪਕਾਰ ਸਿੰਘ ਵੱਲੋਂ ਬੇਨਤੀ ਹੈ ਵੀ ਆਪਣੇ ਆਪਣੇ ਨੋਟਸ ਤੁਸੀਂ ਬਣਾ ਸਕਦੇ ਹੋ। ਸੋਚੈ ਸੋਚ ਨਾ ਹੋਵਈ
ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ। Saad Sangat ji, commonly here we make the mistake of instead of using dalama, we use alam. So ਸੋਚਾ ਤੇ ਜਗ੍ਹਾ ਪਰ ਸੋਚੇ ਪੜ ਦਿੰਦੇ ਆ ਤੇ ਇੱਥੇ ਖਾਸ ਧਿਆਨ ਰੱਖਣਾ ਦਲਾਵਾਂ ਦਾ, ਕਿਉਂਕਿ ਆਮ ਕਰਕੇ ਆਪਾਂ ਇਹ ਦੇਖਦੇ ਹਾਂ ਜੇ ਅਣਜਾਣ ਪਾਠੀ ਉਹ ਦਲਾਵਾਂ ਨੂੰ ਲਾਮ ਬੁਲਾ ਕੇ ਹੀ ਪੜ੍ਹਦੇ ਹਨ। ਤੇ ਜਿਵੇਂ ਗਿਆਨੀ ਜੀ ਨੇ ਦੱਸੀ ਸੀ, ਜਿਸ ਸਾਖੀ ਬਾਰੇ ਦਮਦਮੀ ਟਕਸਾਲ ਪ੍ਰਸਿੱਧ ਹੋਈ, ਉਸ ਸਾਖੀ ਵਿੱਚ ਇਹੀ ਦੋਸ਼ ਸੀ ਉਸ ਗੁਰਸਿੱਖ ਦਾ ਕਿ ਉਹਨੇ ਦਲਾਵਾਂ ਨੂੰ ਲਾਮ ਪੜ੍ਹ ਕੇ ਪੜ੍ਹਿਆ। ਹਾਂਜੀ, ਫਿਰ ਇਸ ਕਰਕੇ ਬੜਾ ਧਿਆਨ ਨਾਲ ਸੋਚਾ ਪਾਠ ਪੜ੍ਹਨਾ ਤੇ ਚੁੱਪਾ ਦੋਨੋਂ ਜਗ੍ਹਾ ਤੇ ਦਲਾਵਾਂ ਲੱਗੀਆਂ ਹੋਈਆਂ, ਇਹ ਤੁਸੀਂ ਨੋਟ ਕਰ ਲਓ ਜੀ। ਇੱਥੇ ਸੋਚਾ ਇੱਥੇ ਜਮਕੀ ਆ, ਸੋਚ ਨਾ ਹੋਵਈ ਇੱਥੇ ਵਿਸ਼ਰਾਮ ਲੱਗਣਾ ਜੀ। ਸੋਚਾ ਦਾ ਅਰਥ ਹੈ ਸੁਚਮ ਰੱਖ ਕੇ, ਸੋਚ ਨਾ ਹੋਵਈ ਕਿ ਸੁਚਮ ਨਹੀਂ ਰੱਖ ਹੋ ਸਕਦੀ। ਜੇ ਸੋਚੀ ਲੱਖ ਵਾਰ ਭਾਵੇਂ ਤੁਸੀਂ ਲੱਖ ਵਾਰ ਸੁਚਮ ਰੱਖਦੇ ਹਨ। ਇੱਥੇ ਦਿਸ ਗੋਇੰ ਟੂ ਬੀ ਦ ਸੇਮ ਸਟਰਕਚਰ ਥਰੂਆਊਟ ਦ ਬੋਡੀ। ਚੁੱਪਾ ਜਮਕੀ, ਚੁੱਪ ਨਾ ਹੋਵਈ ਫਿਰ ਵਿਸ਼ਰਾਮ, ਭੁੱਖਿਆ ਜਮਕੀ ਭੁੱਖ ਨਾ ਉਤਰੀ ਫਿਰ ਵਿਸ਼ਰਾਮ ਲੱਗਣਾ। ਹਾਂਜੀ, ਇੱਕ ਪਾਠ ਹੋਰ ਵੀ ਨੋਟ ਕਰੋ, ਜਦੋਂ ਅਸੀਂ ਲੱਖ ਬੋਲਣਾ ਹੈ ਤੇ ਉਹ ਅੱਧਕ ਦੇ ਨਾਲ ਸਾਊਂਡ ਕਰੇਗਾ, ਤੇ ਚੁੱਪੈ ਉਹ ਵੀ ਸਾਡਾ ਅੱਧਕ ਦੇ ਨਾਲ ਸਾਊਂਡ ਕਰੇਗਾ ਜਿਹੜਾ, ਤੇ ਭੁੱਖਿਆ ਭੁੱਖ, ਠੀਕ ਹੈ, ਉਹ ਚੀਜ਼ ਵੀ ਅੱਧਕ ਦੇ ਨਾਲ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਸੋ ਇੱਥੇ ਬੰਨਾ ਕੱਸ ਕੇ ਬੋਲਣਾ, ਨੰਨੇ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਹਲੰਤ ਹੁੰਦਾ, ਜਿੱਦਾਂ ਹਲਾਂਤਿਆ ਪੈਰ ਦੇ ਵਿੱਚ, ਨੰਨੇ ਦੇ ਪੈਰ ਦੇ ਵਿੱਚ ਹਲਾਂਤ ਹੁੰਦਾ, ਬੰਨਾ ਕੱਸ ਕੇ। What's the difference? What's the halant? As you guys have not studied Hindi, so halant is basically giving a lighter ha-ha sound in which we utter a word with a bit pari sound. Simple is na, okay? चलो। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਨਾਨਕ ਹੁਕਮ ਹੈ ਜੇ ਬੁੱਝਾ, ਇੱਥੇ ਕੱਸ ਕੇ ਅਧਕ ਲਾ ਕੇ ਬੁੱਝਾ ਉਚਾਰਨ ਕਰਨਾ। ਜੇ ਬੁੱਝਾ ਉਚਾਰਨ ਕੀਤਾ ਸਾਫਟਲੀ ਫਿਰ ਅਰਥ ਬਦਲਦਾ, ਬਿਕਮਸ ਟੂ ਐਕਸਟਿੰਗੁਇਸ਼। ਜੇ ਬੁੱਝਾ ਦੈਟ ਮੀਨਸ ਟੂ ਅੰਡਰਸਟੈਂਡ, ਹੁਕਮ ਨੂੰ ਸਮਝਣਾ, ਟੂ ਅੰਡਰਸਟੈਂਡ ਹੁਕਮ। ਹਾਂਜੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਸੋ ਇੱਥੇ ਹੁਕਮੀ ਉਦਮ ਨੀਚ ਹੁਕਮ ਲਿਖ, ਇੱਥੇ ਠਮਕੀ ਲਾਉਣੀ ਆ, ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇਸ ਤਰ੍ਹਾਂ ਉਚਾਰਨ ਕਰਨਾ ਜੀ। ਹਾਂਜੀ, ਜਿਹੜਾ ਪਾਠ ਉਪਕਾਰ ਸਿੰਘ ਨੇ ਦੱਸਿਆ ਉਹ repeat ਕਰੋ। ਇੱਥੇ ਹੁਕਮ ਲਿਖ, ਲਿਖ ਤੋਂ ਬਾਅਦ ਠਮਕੀ ਆਉਗੀ, ਥੋੜਾ ਜਿਹਾ ਪਾਜ਼, ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਸਾਧ ਸੰਗਤ ਜੀ, ਜਿਹੜਾ ਪਿਛਲੀ ਪੰਕਤੀ ਸੀ ਹੁਕਮੀ ਹੋਵਨ ਜੀਅ, ਇਹ ਵੀ ਨੋਟ ਕਰਨਾ, ਐੜਾ ਜਿਹੜਾ ਮੁੱਕਾ ਪਿੱਛੇ ਲੱਗਿਆ ਜਿਹੜਾ ਉਹ ਉਚਾਰਨ ਹੋਏਗਾ, ਜਿਹੜਾ ਉਚਾਰਨ ਪਕਣਾ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਜੀਅ ਐੜਾ ਮੁੱਕਾ ਹੋਏਗਾ। ਤੇ ਉਹਨੂੰ ਜਿਵੇਂ ਭਾਈ ਸੁਖਪ੍ਰੀਤ ਸਿੰਘ ਨੇ ਦੱਸਿਆ ਵੀ ਐੜਾ ਬੋਲਣਾ ਬਹੁਤ ਜ਼ਰੂਰੀ ਹੈ। ਤੇ ਜਦੋਂ ਤੁਸੀਂ ਜੀ ਦੀ ਜੱਜੇ ਦੀ ਬਿਹਾਰੀ ਨੂੰ ਦੀਰਘ ਬੋਲੋਗੇ, ਦੀਰਘ ਇਜ਼ ਲੌਂਗ ਬੋਲੋਗੇ, ਤਦੋਂ ਵਿੱਚੋਂ ਐੜਾ ਨਿਕਲੂਗਾ ਜੀ। ਜੇ ਤੁਸੀਂ ਜੀ ਬੋਲਤਾ ਫਿਰ ਉਹ ਬਿਹਾਰੀ ਰਹਿ ਜੂਗੀ। ਬਿਹਾਰੀ ਨੂੰ ਦੀਰਘ ਕਰ ਦੋ ਤੇ ਪਿਛਲਾ ਅਕਸ਼ਰ ਆਪਣੇ ਆਪ ਬੋਲੇਗਾ। ਇੱਕ ਵਾਰੀ ਬੋਲ ਕੇ ਦੇਖੋ, ਜੀ ਜੀ, ਠੀਕ ਹੈ। So just to translate, make the G, make the Bihari very long, and then the Ada Mukta will come by itself as you pronounced it really long. So we will be saying again and again two words, Dirag and Lagu. Dirag means small sound, the smaller one, and the Lagu is extension, the long one. So it's G. So here Bihari is Dirag, okay?
ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਤੇ ਕਿਸੇ ਨੇ ਵੀ ਬਖਸ਼ੀਸ਼ ਨਹੀਂ ਕਰਨਾ। ਪਾਠ ਸੱਸੇ ਨਾਲ ਸ਼ਸ਼ੇ ਨਾਲ ਪਾਠ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਹਮੇਸ਼ਾ ਸੱਸੇ ਨਾਲ ਹੀ ਹੈ। ਸ਼ਬਦ ਬਖਸ਼ੀਸ, ਠੀਕ ਹੈ ਜੀ। ਕਿ ਇੱਥੇ ਗੱਗਾ ਵੀ ਉਚਾਰਨ ਕਰਦੇ ਖੱਕੇ ਦੇ ਥਾਂ ਦੇ ਵਿੱਚ ਬਖਸ਼ੀਸ ਕਹਿੰਦੇ ਆ ਛੇਤੀ ਛੇਤੀ ਪੜ੍ਹਦੇ, ਇੱਥੇ ਬਖਸ਼ੀਸ ਇੱਥੇ ਖੱਕੇ ਤੇ ਫੋਕਸ ਕਰਕੇ ਉਚਾਰਨ ਕਰਨਾ, ਧਿਆਨ ਲਾ ਕੇ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨ ਕੋਏ। ਜਿਵੇਂ ਭਾਈ ਸਾਹਿਬ ਭਾਈ ਉਕਾਰ ਸਿੰਘ ਨੇ ਬੇਨਤੀ ਕੀਤੀ ਸੀ, ਦੋ ਤਰੀਕੇ ਨਾਲ ਜਿਹੜਾ ਪਾਠ ਬੁੱਝਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਦੋ ਵੱਖਰੇ ਅਰਥ ਹੁੰਦੇ ਆ। ਇੱਕ ਜਿਵੇਂ ਕਹਿੰਦੇ ਜੀਵਨ ਨੂੰ ਬੁਝਾ ਦਿਓ, ਇੱਕ ਮੇਰੀ ਗੱਲ ਨੂੰ ਬੁੱਝ ਦਿਓ। ਜਦੋਂ ਸਮਝ ਦੀ ਗੱਲ ਹੈ then for ਅਤਿਕਾ ਨੇ ਬੁੱਝ ਬੁੱਝਾ, ਨਾਨਕ ਹੁਕਮ ਹੈ ਜੇ ਬੁੱਝਾ। ਜੇ ਕੋਈ ਪਰਮੇਸ਼ਰ ਦਾ ਹੁਕਮ ਨੂੰ ਸਮਝ ਲਏ ਤਾਂ ਹਉਮੈ ਕਹੈ ਨਾ ਕੋਏ, ਤੇ ਉਹ ਹਉਮੈ ਵਿੱਚ ਨਹੀਂ ਬੋਲਦਾ। ਇਸ ਤਰੀਕੇ ਨਾਲ ਜਿਹੜਾ ਪਾਠ ਹੈ ਆਪ ਦੀ ਨੋਟ ਕਰ ਲਿਓ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨੀਸਾਨ। ਹਾਂਜੀ, ਇੱਥੇ ਪਾਠ ਨੋਟ ਕਰ ਲਿਓ ਸਾਰੇ। ਜਿਹੜਾ ਪਹਿਲਾ ਵਿਸ਼ਰਾਮ ਹੈ ਉਹ ਤਾਣ ਤੇ ਆਏਗਾ, ਠੀਕ ਹੈ ਜੀ। ਉਹਦੇ ਬਾਅਦ ਜਿਹੜੇ ਵਿਸ਼ਰਾਮ ਮੁੱਖ ਪਾਠ ਹੋਏਗਾ ਉਹਦੇ ਅੰਦਰ ਤੇ ਸਾਰਿਆਂ ਤੇ ਕੋ ਤੇ ਲੱਗਣਾ ਹੈ। ਪਰ ਇੱਕ ਪਾਠ ਉਹ ਵੀ ਹੁੰਦਾ ਜਦੋਂ ਅਸੀਂ ਦਾਤ ਦੇ ਉੱਤੇ ਵੀ ਵਿਸ਼ਰਾਮ ਲੈਂਦੇ, ਬਾਕੀ ਸਾਰੇ ਕੋ ਤੇ ਹੀ ਲੱਗਣਗੇ। ਪਰ ਮੁੱਖ ਪਾਠ ਹੈ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਤੇ ਜਿਹੜਾ ਕਿਸੈ ਬੋਲਣਾ ਉਹ ਪੋਲਾ ਬੋਲਣਾ, ਉਹ ਕੱਸ ਕੇ ਨਹੀਂ ਬੋਲਣਾ, ਠੀਕ ਹੈ। ਤੇ ਬਾਕੀ ਸਾਰੇ ਐਂ 'ਚ ਅੱਗੇ ਕੋ ਤੇ ਲੱਗੇਗਾ। ਪਰ ਇੱਕ ਪਾਠ ਉਹ ਵੀ ਹੈ ਜਦੋਂ ਦਾਤ ਤੇ ਵੀ ਲੱਗ ਜਾਂਦਾ ਤੇ ਉਹ ਵੀ ਅਰਥ ਠੀਕ ਬਣ ਜਾਂਦਾ। ਹਾਂਜੀ ਪਾਸ਼ ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਸੈ ਦੂਰ, ਗਾਵੇ ਕੋ ਵੇਖੈ ਹਾਦਰਾ ਅਧੂਰ, ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹ। ਹਾਂਜੀ, ਹੁਣ ਦੋ ਤਿੰਨ ਚੀਜ਼ਾਂ ਨੋਟ ਕਰ ਲਿਓ। ਇੱਕ, ਜਦੋਂ ਭਾਈ ਸਾਹਿਬ ਨੇ ਪਾਠ ਕੀਤਾ ਕਥ ਕਥ ਕੱਥੀ, ਉਹਦੇ ਕੱਥੀ ਦੇ ਉੱਤੇ ਸਾਡਾ ਯੂਜਲੀ ਜਦੋਂ ਨਵੇਂ ਬੱਚੇ ਪਾਠ ਕਰਦੇ ਨੇ ਉਹ ਜਾਂ ਤਾਂ ਬੋਲ ਦਿੰਦੇ ਨੇ ਕਥ ਕਥੀ ਕਥੀ ਜਾਂ ਕਥ 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 ਬੋਲ ਦਿੰਦੇ ਨੇ, ਤੇ ਅਖੀਰਲੇ ਅਕਸ਼ਰ ਤੇ ਬਿਹਾਰੀ ਹੈ ਤੇ ਉੱਥੇ ਹੀ ਵਿਸ਼ਰਾਮ ਹੈ। ਕਥ ਕਥ ਕਥੀ ਕੋਟੀ, ਇੱਥੇ ਜਮਕੀ ਹੈ, ਕੋਟੀ ਕੋਟ ਕੋਟ, ਠੀਕ ਹੈ ਜੀ। ਤੇ ਇੱਕ ਪਾਠ ਹੋਰ ਨੋਟ ਕਰ ਲੈਣਾ, ਖਾਹੀ ਖਾਹੇ, ਖਾਹੀ ਖਾਹੇ, ਤੇ ਉਹ ਜਿਹੜਾ ਤੁਸੀਂ ਹਾਹੇ ਦੀ ਬਿਹਾਰੀ ਤੇ ਅਗਲੇ ਹਾਹੇ ਤੇ ਸਿਹਾਰੀ ਹੈ ਉਹ ਧਿਆਨ ਦੇ ਦੇਣਾ। ਤੇ ਇਹਨੂੰ ਤੁਸੀਂ ਦੇਦਾ ਦੇ ਲੈ ਦੇ ਥਕ ਪਾਹੇ, ਕਈ ਉਚਾਰਨ ਕਰਦੇ ਦਿਨ ਦਾ ਦੇ ਬਿੰਦੀ ਲਾ ਕੇ, ਅਸੀਂ ਉਚਾਰਨ ਕਰਨਾ ਦੇਦਾ ਦੇ ਬਿੰਦੀ ਤੋਂ ਬਗੈਰ। ਜਪਜੀ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਬਿੰਦੀ ਨਹੀਂ ਆਊਗੀ, ਓਨਲੀ ਇਨ ਦ ਲਾਸਟ ਪੌੜੀ there will be a ਬਿੰਦੀ, ਠੀਕ ਹੈ ਜੀ। ਸੋ ਇਹ ਵੀ ਖਿਆਲ ਰੱਖਣਾ, ਹੁਕਮੀ ਹੁਕਮ ਚਲਾਏ ਰਾਹ, ਜਿਹੜਾ ਇੱਥੇ ਹਾਹੇ ਨੂੰ ਔਂਕੜਿਆ ਇਹ ਲੰਬਾ ਨਹੀਂ ਕਰਨਾ, ਫਿਰ ਹੋੜਾ ਬਣ ਜੂਗਾ। ਇਹ ਲਘੂ ਆ, ਇਹ ਬਹੁਤ ਯੂ ਕੈਨ ਪ੍ਰੋਨਾਂਸ ਇਟ ਵੈਰੀ ਕੁਇਕ, ਰਾਹ, ਪਰ ਖਿਆਲ ਨਾਲ ਰਾਹ ਤੇ ਬੇਪਰਵਾਹ ਸਿੰਘ ਸਿੰਘ, ਠੀਕ ਹੈ ਜੀ। ਉਹ ਤੁਸੀਂ ਕੰਨੇ ਨੂੰ ਦੀਰਘ ਕਰ ਦਿਓ ਤੇ ਹਾਹਾ ਆਪੇ ਲਘੂ ਹੋ ਜਾਏਗਾ ਹਾਹੇ ਦਾ ਔਂਕੜ। ਮੇਕ ਦ ਕੰਨਾ ਲੌਂਗ ਐਂਡ ਦ ਹਾਹਾ will be pronounced properly. And if you'll make onkad long, that will become Kannada as Payukar Singh said. So try to be focused on the lagu, that's kanna. Ra. The direct, that's the kanna. Yeah. ਤਿੰਨ ਮਾਤਰਾਵਾਂ ਸਾਸਨ ਦੀ ਲੱਗੀ, ਔਂਕੜ, ਸਿਹਾਰੀ ਤੇ ਮੁਕਤੇ, ਇਹਨੂੰ ਲਘੂ ਮਾਤਰਾ ਮੰਨੇ ਜਾਂਦੇ ਆ, ਬਾਕੀ ਸਾਰੇ ਧੀਰਜ। ਤੇ ਜਦੋਂ ਸਮੇਤ ਹੁੰਦਾ, ਜਿਵੇਂ ਡਾਕਟਰ ਜਨੀਲ ਨੇ ਕਿਹਾ, ਉਸ ਸਮੇਤ ਨੂੰ ਧਿਆਨ ਰੱਖਣਾ ਚਾਹੀਦਾ। ਧੀਰਜ ਨੂੰ ਲੰਬਾ ਕਰ ਲਓ,
ਦੀਰਘ ਨੂੰ ਲੰਬਾ ਕਰ ਲਓ ਤੇ ਆਪ ਹੀ ਜਿਹੜਾ ਲੱਗੀ ਛੋਟਾ ਹੋਏਗਾ। ਇਸ ਤਰੀਕੇ ਨਾਲ ਪਾਠ ਕਰਨਾ ਜੀ। ਪਿੱਛੇ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਜੇ ਨਹੀਂ ਆ ਰਹੀ ਤੇ ਤੁਸੀਂ ਪਲੀਜ਼ ਥੋੜਾ ਅੱਗੇ ਹੋ ਜਾਓ, ਕਿਉਂਕਿ ਮਾਈਕ ਵਾਰ-ਵਾਰ ਰੋਟੇਟ ਕਰਨਾ ਸਾਨੂੰ ਮੁਸ਼ਕਿਲ ਹੋ ਰਿਹਾ। ਥੋੜਾ ਅੱਗੇ ਹੋ ਜਾਓ। ਆਪਣੀ ਪੋਥੀਆਂ ਨੂੰ ਹੱਥ ਹੀ ਪਿਕ ਕਰੋ ਤੇ ਦੋ ਸਿੰਘ ਉਹ ਚੱਦਰ ਥੱਲੋਂ ਅੱਗੇ ਕਰ ਦਿਓ। ਪ੍ਰਭਜੋਤ ਸਿੰਘ ਜੀ ਕਰ ਦਿਓ ਫਟਾਫਟ। ਸ਼ਿਵ ਜੀ ਕਰੋ ਫਟਾਫਟ, ਹੱਲੇ ਨਾ ਅੱਗੇ ਕਰ ਦਿਓ ਚੱਦਰ ਥੱਲੇ। ਥੋੜਾ ਅੱਗੇ ਹੋ ਜਾਓ, ਔਖਾ ਹੋ ਰਿਹਾ। ਬਿਲਕੁਲ ਸ਼ਸਤਰਾਂ ਦੇ ਕੋਲ ਚੱਦਰ ਕਰ ਲਓ ਅੱਗੇ, ਅੰਦਰ ਸ਼ਸਤਰਾਂ ਦੇ ਕੋਲ ਕਰ ਲਓ ਚੱਦਰ। ਹੋਰ ਅੱਗੇ ਕਰੋ, ਹੋਰ ਕਰੋ। ਚਲੋ ਪਾਤਸ਼ਾਹ। ਹੁਕਮੀ ਹੁਕਮ ਚਲਾਏ ਰਾਹ। ਇਹ ਵਾਲਾ ਪਾਠ ਸਾਰਿਆਂ ਨੂੰ ਪਤਾ ਲੱਗ ਗਿਆ ਬਈ ਜਿਹੜਾ ਕੰਨਾ ਹੈ ਉਹ ਦੀਰਘ ਹੈ ਤੇ ਹਾਹੇ ਦਾ ਔਂਕੜ ਉਹ ਲਘੂ ਹੈ, ਤੇ ਉਹਦੇ ਕਰਕੇ ਫਿਰ ਸਾਡਾ ਜਿਹੜਾ ਪਾਠ ਹੈ ਉਹ ਸਹੀ ਉਚਾਰਨ ਹੋਊਗਾ। ਨਾਨਕ ਵਿਗਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਇ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕਿ ਅੱਗੇ ਰੱਖੀਐ ਜਿਤ ਦਸੈ ਦਰਬਾਰ। ਇੱਥੇ ਅਸੀਂ ਬੜੇ ਧਿਆਨ ਦੇ ਨਾਲ ਇਹ ਗੱਲ ਤੇ ਧਿਆਨ ਦੇਣਾ ਹੈ ਕਿ ਫੇਰ ਕੇ ਅੱਗੇ ਰੱਖੀ ਹੈ, ਫੇਰ ਕੇ ਅੱਗੇ ਰੱਖੀ ਹੈ। ਕੱਕੇ ਦੀ ਜਿਹੜੀ ਸਿਹਾਰੀ ਹੈ ਉਹ ਅਸੀਂ ਸ਼ੁੱਧ ਉਚਾਰਨ ਕਰਨੀ ਹੈ, ਉਹਨੂੰ ਬਿਹਾਰੀ ਨਹੀਂ ਪੜ੍ਹਨਾ। ਫੇਰ ਕੇ ਅੱਗੇ ਰੱਖੀ ਹੈ, ਰੱਖੀ ਹੈ ਕੱਕੇ ਦੀ ਬਿਹਾਰੀ, ਜਿਤ ਦਿਸੈ ਦਰਬਾਰ। ਠੀਕ ਹੈ ਜੀ, ਤੇ ਇਹਦੇ ਵੱਲ ਧਿਆਨ ਰੱਖਣਾ ਹੈ। ਤੇ ਇੱਕ ਫੇਰ ਤੇ ਸਾਡਾ ਵਿਸ਼ਰਾਮ ਹੈ, ਜਮਕੀ ਹੈ, ਤੇ ਰੱਖੀਆ ਤੇ ਸਾਡਾ ਵਿਸ਼ਰਾਮ। ਫੇਰ ਕਿ ਅੱਗੇ ਰੱਖੀਐ ਜਿਤ ਦਸੈ ਦਰਬਾਰ, ਮੋਹਾਉ ਕਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਸਾਧ ਸੰਗਤ ਜੀ ਇਹ ਧਿਆਨ ਰੱਖਣਾ ਚਾਹੀਦਾ। ਮੋਹਾਉ ਕਨੋੜਾ ਲੱਗਿਆ ਆ, ਘੋੜਾ ਪਾਠ ਨਹੀਂ ਆ। ਕਨੋੜੇ ਦਾ ਜਿਹੜੀ ਆਵਾਜ਼ ਆ ਉਹ ਬੋਲਣੀ ਆਪਾਂ, ਉਹਦੀ ਜਗ੍ਹਾ ਆਪਾਂ ਮੋਹਾਉ ਬੋਲਣਾ। ਜਿਵੇਂ ਆਪਾਂ ਕਹਿੰਦੇ ਕੌਰ। ਕਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਹਾਂਜੀ, ਇੱਕ ਇਹ ਪਾਠ ਸਾਰੇ ਜ਼ਰੂਰ ਧਿਆਨ ਦੇਣਾ ਹੈ ਕਿ ਜਿਵੇਂ ਪਾਠ ਇੱਥੇ ਆ ਰਿਹਾ ਨਾ, ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਜਿਨ ਸੇਵਿਆ ਤਿਨ ਪਾਇਆ ਮਾਨ, ਇੱਥੇ ਈੜੀ ਦੀ ਸਿਹਾਰੀ ਨੂੰ ਬੋਲਣਾ ਹੈ, ਪਾਇਆ ਨਹੀਂ ਬੋਲ ਦੇਣਾ। ਜੇ ਤੁਸੀਂ ਪਾਇਆ ਬੋਲਤਾ ਫਿਰ ਈੜੀ ਦੀ ਸਿਹਾਰੀ ਨਹੀਂ ਬੋਲਦੀ, ਪਾਇਆ ਮਾਨ। ਠੀਕ ਹੈ ਜੀ, ਤੇ ਐਵੇਂ ਹੀ ਗੁਰਬਾਣੀ ਚ ਆਉਂਦਾ ਦਇਆ, ਤੇ ਜੇ ਆਪਾਂ ਦਇਆ ਬੋਲ ਦਿੰਦੇ ਆ ਸਿੰਪਲ, ਦੈਟਸ ਵਿਦਾਊਟ ਸਿਹਾਰੀ, ਇਟਸ ਦਇਆ, ਈੜੀ ਸਿਹਾਰੀ ਬੋਲ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਭਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਤੇ ਜਿਹੜਾ ਗੁਰਮੁਖ ਸ਼ਬਦ ਬੋਲਣਾ, ਇਹਨੂੰ ਖੁੱਲ੍ਹ ਕੇ ਬੋਲਣਾ, ਗੁਰਮੁਖ ਨਹੀਂ ਬੋਲਣਾ। ਕਾਫੀ ਜਦੋਂ ਸੰਥਿਆ ਕਰਾਈਦਾ ਸੁਣੀਦਾ ਮੰਮੇ ਦਾ ਔਂਕੜ ਨਹੀਂ ਬੋਲਿਆ ਜਾਂਦਾ। ਤੇ ਇੱਥੇ ਜਿਹੜਾ ਵਿਸ਼ਰਾਮ ਹੈ, ਪਹਿਲੇ ਤੁਹਾਡੀ ਜਮਕੀ ਹੈਗੀ ਗੁਰਮੁਖ ਨਾਦੰ, ਬੰਦ ਨਹੀਂ ਕਰਨਾ ਮੂੰਹ, ਨਾਦੰ ਟਿੱਪੀ ਦੇ ਵਿੱਚ, ਗੁਰਮੁਖ ਵੇਦੰ, ਇੱਥੇ ਹੁਣ ਵਿਸ਼ਰਾਮ ਹੈ ਵੇਦੰ। ਫਿਰ ਅਗਲਾ ਗੁਰਮੁਖ ਰਹਿਆ, ਹੁਣ ਇੱਥੇ ਅਸੀਂ ਹਾਹੇ ਦੀ ਸਿਹਾਰੀ ਉਚਾਰਨ ਕੀਤੀ ਹੈ, ਜੋ ਨਹੀਂ ਕਰਾਂਗੇ ਤੇ ਰਹਿਆ ਰਹਿਆ। ਠੀਕ ਹੈ, ਇਹ ਬੋਲ ਕੇ ਦੇਖਿਆ ਕਰੋ ਪਾਠ ਜਿਹੜੇ ਦੱਸੇ ਜਾ ਰਹੇ ਨਾ, ਬੋਲੋ ਇਹਨੂੰ ਰਹਿਆ। ਠੀਕ ਹੈ ਜੀ। ਗੁਰ ਈਸਰ ਗੁਰ ਗੋਰਖ
ਬਰਮਾ ਗੁਰ ਇੱਥੇ ਗੁਰ ਤੇ ਵਿਸ਼ਰਾਮ ਭਾਈ ਸਾਹਿਬ ਨੇ ਜਿਵੇਂ ਲਾਇਆ ਉੱਦਾਂ ਹੀ ਲਗਾਉਣਾ ਹੈ। ਜ਼ਿਆਦਾਤਰ ਮੈਂ ਸੁਣਿਆ ਪਾਠ ਕਰਦੇ ਨੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਉਹ ਨਹੀਂ ਕਰਨਾ ਪਾਠ, ਉਹ ਅਸ਼ੁੱਧ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਗੁਰ ਤੇ ਵਿਸ਼ਰਾਮ ਹੈ। ਪਾਰਵਤੀ ਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਸਾਧ ਸੰਗਤ ਜੀ, ਕਈ ਵਿਸ਼ਰਾਮਾਂ ਅਰਥ ਵਾਸਤੇ ਲੱਗਦੇ ਹਨ ਤੇ ਕਈ ਵਿਸ਼ਰਾਮਾਂ ਚਾਲ ਵਾਸਤੇ ਲੱਗਦੇ ਹਨ। ਇੱਥੇ ਜੇ ਆਪਾਂ ਜਿਹੜਾ ਵਿਸ਼ਰਾਮ ਹੈ ਉਹ ਚਾਲ ਦੇ ਹਿਸਾਬ ਨਾਲ ਲਾਈਏ ਤੇ ਅਰਥ ਬੇਅਰਥ ਹੋ ਜਾਂਦੇ ਆ। ਜਿੱਥੇ ਅਰਥ ਬੇਅਰਥ ਹੋ ਜਾਂਦੇ ਆ ਉੱਥੇ ਅਰਥ ਤੇ ਵਿਸ਼ਰਾਮ ਬਹੁਤ ਜ਼ਿਆਦਾ ਜ਼ਰੂਰੀ ਲੱਗਦੇ ਹਨ ਸਾਨੂੰ। ਇਸ ਕਰਕੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਕਿ ਈਸ਼ਵਰ ਗੁਰੂ ਸਾਹਿਬ ਈਸ਼ਵਰ ਦੇ ਸਰੂਪ ਹਨ, ਗੁਰੂ ਸਾਹਿਬ ਗੋਰਖ ਦੇ ਸਰੂਪ ਹਨ, ਗੁਰੂ ਸਾਹਿਬ ਬ੍ਰਹਮਾ ਦੇ ਸਰੂਪ ਹਨ ਤੇ ਇੱਕ ਮਾਂ ਪਾਰਵਤੀ ਮਾਈ ਵਾਂਗ ਸਾਨੂੰ ਸਾਡੀ ਪਾਲਣਾ ਕਰਦੇ ਹਨ। ਗੁਰ ਪਾਰਵਤੀ ਮਾਈ ਨਹੀਂ ਕਹਿਣਾ ਚਾਹੀਦਾ ਕਿ ਪਾਰਵਤੀ ਇੱਕ ਮਾਂ ਦੇ ਰੂਪ ਵਿੱਚ ਸਾਨੂੰ ਸਾਹਿਬ ਪਾਲਦੇ ਹਨ। ਗੁਰ ਜਿਹੜਾ ਅੱਖਰ ਹੈ ਸ਼ਬਦ ਹੈ ਉਹ ਬ੍ਰਹਮਾ ਜੀ ਨੂੰ ਲੱਗਦਾ ਹੈ। ਇਸ ਕਰਕੇ ਇਹ ਧਿਆਨ ਰੱਖਣਾ ਜੀ ਜਿੱਥੇ ਅਰਥ ਬੇਅਰਥ ਹੋ ਜਾਂਦੇ ਆ ਉੱਥੇ ਅਰਥ ਦੇ ਹਿਸਾਬ ਨਾਲ ਵਿਸ਼ਰਾਮ ਜ਼ਰੂਰੀ ਹਨ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਇੱਥੇ ਜਿਸ ਤਰ੍ਹਾਂ ਇਹਨਾਂ ਨੇ ਗੁਰਾ ਇੱਥੇ ਵਿਸ਼ਰਾਮ ਲਾਇਆ, ਇੱਥੇ ਵਿਸ਼ਰਾਮ ਹੋਣਾ ਜ਼ਰੂਰੀ ਆ। ਗੁਰਾ ਇੱਕ ਦੇਹ ਬੁਝਾਈ ਨਹੀਂ ਪੜ੍ਹਨਾ, ਗੁਰਾ ਇੱਕ ਦੇਹ ਬੁਝਾਈ। ਬਿੰਦੀ ਦਾ ਵੀ ਦੱਸ ਦਿਓ, ਬਿੰਦੀ ਦਾ। ਬੁਝਾਈ ਇੱਥੇ ਅਧਿਕ ਲਾਉਣਾ ਤੇ ਗੁਰਾ ਤੇ ਬਿੰਦੀ ਨਹੀਂ ਲਾਉਣਾ, ਫਿਰ ਫਲੋਰਲ ਬਣ ਜਾਂਦਾ। ਗੁਰਾ ਹੀ ਉਚਾਰਨ ਕਰਨਾ, ਬਿੰਦੀ ਨਹੀਂ ਲਾਉਣੀ। ਗੁਰਾ ਇੱਕ ਦੇਹ ਬੁਝਾਈ ਕੱਸ ਕੇ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਤੇ ਨਹਾਏ ਕਰੀ। ਇੱਥੇ ਨਹਾਵਾ ਨਹਾਉਣ ਦਾ ਵਾਚਕ ਹੈ, ਨਹਾਏ ਵੀ ਨਹਾਉਣ ਦਾ ਵਾਚਕ ਹੈ। ਜੇ ਨਾਮ ਦਾ ਵਾਚਕ ਹੈ ਫਿਰ ਸਾਫ਼ ਬੋਲਣਾ ਨਾਵਾ ਨਾਏ, ਪਰ ਜੇ ਇੱਥੇ ਨਹਾਉਣ ਦਾ ਵਾਚਕ ਹੈ ਤੀਰਥ ਨਹਾਵਾ ਇਹ ਕੱਸ ਕੇ ਬੋਲਣਾ। ਹਲੰਤ ਲਗਾ ਕੇ। ਜੇਤੀ ਸਰਠ ਬਾਈ ਵੇਖਾ ਵਿਣ ਕਰਮਾ ਕਿ ਮਿਲੈ ਲਈ। ਇਹ ਕੇਵਲਾ ਪਾਠ ਨੋਟ ਕਰ ਲਿਓ ਸਾਰੇ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਥੇ ਮਾਣਕ ਪਾਠ ਨਹੀਂ ਕਰਨਾ, ਰਾਣੇ ਦੀ ਤਿਹਾਰੀ ਨੂੰ ਬੋਲਣਾ ਹੈ। ਮਾਣਕ ਬੋਲ ਕੇ ਦੇਖੋ, ਉਚਾਰਨ ਕਰਕੇ ਮਾਣਕ। ਜੇ ਮਾਣਕ ਕਰਦੇ ਆ ਅਸ਼ੁੱਧ ਹੈ ਕਿਉਂਕਿ ਨਾਣੇ ਨੂੰ ਤਿਹਾਰੀ ਲੱਗੀ। ਚਲੋ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ। ਇੱਥੇ ਵੀ ਉਹੀ ਚੀਜ਼ ਦੁਬਾਰਾ ਰਿਪੀਟ ਕਰ ਦਵਾਂ ਜੀ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਅਸੀਂ ਇਹਨੂੰ ਲੇ ਦੀ ਮਾਤਰਾ ਨੂੰ ਲੱਲੇ ਦੀ ਜਿਹੜੀ ਲਾਂ ਲੱਗੀ ਹੋਈ ਹੈ ਲੇ, ਜੇ ਖਾਲੀ ਅਸੀਂ ਲੇ ਪੜ੍ਹ ਦਿੰਨੇ ਆ ਫਿਰ ਈੜੀ ਸਿਹਾਰੀ ਨਹੀਂ ਬੋਲਦੀ। ਜੇ ਖਾਲੀ ਲੇ ਬੋਲ ਦਾਂਗੇ ਈੜੀ ਸਿਹਾਰੀ ਵੀ ਬੋਲਣੀ ਹੈ ਵਿੱਚ। ਲੇ ਉੱਥੇ ਰੁਕ ਜਾਣਾ, ਲੇ ਕਰ ਦਿੰਨੇ ਆ ਤਾਂ ਖਾਲੀ ਲਾਂ ਬਣ ਜਾਏਗੀ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ। ਜਿਵੇਂ ਡਾਕਟਰ ਗਿਆਨੀ ਜੀ ਨੇ ਦੱਸਿਆ ਹੈ ਕਿ ਇਹ ਪਾਠ ਬੋਧ ਸਮਾਗਮ ਹੈ। ਬੋਧ ਦਾ ਅਰਥ ਹੈ ਗਿਆਨ, ਪਾਠਾਂ ਦਾ ਗਿਆਨ ਇਸ ਸਿੱਖਾਂ ਵੱਲੋਂ ਆਪ ਜੀ ਦੇ ਹਜ਼ੂਰ ਰੱਖਿਆ ਜਾ ਰਿਹਾ ਹੈ। ਪਰ ਕਿਤੇ ਨਾ ਕਿਤੇ ਕਈ ਅਰਥ ਆਪ ਜੀ ਨਾਲ ਸਾਂਝੇ ਵੀ ਕਰਾਂਗੇ ਆਪਾਂ ਆਪ ਜੀ ਦੀ ਗਿਆਤ ਵਾਸਤੇ। ਜੇ ਜੁਗ ਚਾਰੇ ਆਰਜਾ, ਹਰ ਕੋੜੀ ਵਿੱਚ ਗੁਰੂ ਸਾਹਿਬ ਨੇ ਇੱਕ ਵੱਖਰਾ ਵਿਸ਼ਾ ਚੂਜ਼ ਕੀਤਾ ਹੋਇਆ, ਪਰ ਸਮੇਲ ਜਪਜੀ ਸਾਹਿਬ ਦਾ ਪਾਠ ਬ੍ਰਹਮ ਗਿਆਨ ਦਾ ਵਿਸ਼ਾ ਹੈ। ਜਿਵੇਂ ਗੁਰੂ
ਨਾਨਕ ਦੇਵ ਜੀ ਬਾਬਾ ਜੀ ਚਾਰ ਉਦਾਸੀਆਂ ਵਿੱਚ ਜਿੱਥੇ ਜਿੱਥੇ ਗਏ ਉਹਦਾ ਸਾਰਾ ਨਿਚੋੜ ਜਪਜੀ ਸਾਹਿਬ ਦਾ ਪਾਠ ਹੈ। ਇੱਥੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਜੇ ਆਰਜਾ ਹੁੰਦੀ ਹੈ ਉਮਰ ਤੇ ਜੇ ਜੁਗ ਚਾਰੇ ਆਰਜਾ, ਜੇ ਸਾਡੀ ਉਮਰ 4 ਜੁਗਾਂ ਦੀ ਹੋ ਜਾਏ, ਹੋਰ ਜੋ ਸੋਹਣੀ ਹੋਏ ਤੇ ਉਹਨਾਂ ਆਪਾਂ 5 ਵਟਨ ਨੂੰ 40 ਜੁਗਸ ਨਵਾਂ ਖੰਡਾ ਵਿੱਚ ਜਾਣੀ ਹੈ। throughout the 9 months you are recognized। ਨਾਲ ਚੱਲ ਸਕਦੇ ਹੋ ਤੇ ਤੁਹਾਡੇ ਪਿੱਛੇ ਬਹੁਤ ਚੇਲੇ ਹੋ ਜਾਣ, you have a big following। ਚੰਗਾ ਨਾਮ ਰਖਾਈ ਗਿਆ। even if you were to have the best name in the world, everyone say this person is very pure। just ਕੀਰਤ ਜਗਲੇ ਤੇ just ਇਸ ਜਗਤ ਵਿੱਚ ਤੁਹਾਡੀ ਕੀਰਤ ਹੁੰਦੀ ਹੈ, ਤੁਹਾਡੀ ਜਸ ਹੁੰਦੀ ਹੈ। ਪਰ ਜੇ ਕਿਸ ਨਜ਼ਰ ਨਾ ਆਵੇ, ਜੇ ਉਸ ਕਿਸਮਿਸ ਉਸ ਪਰਮਾਤਮਾ ਦੀ ਨਜ਼ਰ ਵਿੱਚ ਨਾ ਆਈਏ ਤਾਂ ਬਾਤ ਨਾ ਪੁੱਛਿਆ ਕਿ ਉਹਦਾ ਕੋਈ ਬਾਤ ਕੋਈ ਪੁੱਛਦਾ ਨਹੀਂ ਗਾ ਦਰਬਾਰ ਵਿੱਚ। ਇੱਥੇ ਉਸ ਦਰਬਾਰ ਵਿੱਚ ਆਦਰ ਨਹੀਂ ਮਿਲਦਾ, ਉਸ ਦਰਬਾਰ ਵਿੱਚ ਸਤਿਕਾਰ ਨਹੀਂ ਮਿਲਦਾ ਜੇ ਗੁਰੂ ਦੇ ਨਜ਼ਰੀਏ ਵਿੱਚ ਨਾ ਆ ਜਾਈਏ। ਇਸ ਕਰਕੇ ਗੁਰ ਪ੍ਰਸੰਨਤਾ, ਜਿਵੇਂ ਦਾਸ ਨੇ ਸੋਚ ਦੀ ਬੇਨਤੀ ਕੀਤੀ ਸੀ, ਗੁਰ ਪ੍ਰਸਾਦ, ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ ਇੱਕ ਸਿੱਖ ਵਾਸਤੇ ਅਤੀ ਜ਼ਰੂਰੀ ਹੈ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਹੋਹ ਨ ਸਕੈ ਕਾਲ। ਇੱਥੇ ਬਿਲਕੁਲ ਧਿਆਨ ਦੇ ਕੇ ਨੋਟ ਕਰਨਾ ਹੈ ਕਿ ਸੱਸੇ ਨੂੰ ਔਂਕੜ ਲੱਗਿਆ ਹੈ, ਨਾਣੇ ਨੂੰ ਸਿਹਾਰੀ ਲੱਗੀ ਹੈ ਤੇ ਐੜੇ ਨੂੰ ਦਲਾਵਾਂ ਲੱਗੀਆਂ। ਇੱਕ ਤੇ ਪਾਠ ਸੁਣੀਆ ਨਹੀਂ ਕਰਨਾ, ਨਾਣੇ ਨੂੰ ਬਿਹਾਰੀ ਨਹੀਂ ਲਾਣੀ, ਠੀਕ ਹੈ, ਤੇ ਐੜੇ ਨੂੰ ਕਦੇ ਲਾ ਨਹੀਂ ਲਾਣੀ, ਸੁਣੀਏ ਨਹੀਂ ਕਰਨਾ, ਉੱਥੇ ਦਲਾਵਾਂ ਹੈ। ਸੁਣਿਆ ਸੁਣਿਆ, ਠੀਕ ਹੈ। ਸੱਸੇ ਨੂੰ ਔਂਕੜ ਵੀ ਬੋਲੂਗਾ, ਨਾਣੇ ਦੀ ਸਿਹਾਰੀ ਵੀ ਬੋਲੂਗੀ, ਐੜੇ ਦੀ ਦਲਾਵਾਂ ਵੀ ਬੋਲੇਗੀ, ਤੇ ਸਾਰੇ ਵਿਸ਼ਰਾਮ ਸੁਣਿਆ ਤੇ ਹੀ ਹੈਗੇ। ਸੁਣਿਆ ਸਿੱਧ ਪੀਰ ਸੁਰਨਾਥ, ਠੀਕ ਹੈ ਜੀ। ਜਿਹੜੇ ਵਿਸ਼ਰਾਮ ਨੇ ਉਹ ਸੁਣਿਆ ਤੇ ਲਾਣੇ ਨੇ, ਉਹਦੇ ਉਚਾਰਨ ਦੇ ਅੰਦਰ ਔਂਕੜ ਸਿਹਾਰੀ ਤੇ ਦਲਾਵਾਂ ਦਾ ਧਿਆਨ ਰੱਖਣਾ ਜੀ। ਇੱਥੇ ਸੁਣਿਆ ਕੋਹੇ ਨ ਸਕਾ ਕਾਲ, ਜਿਹੜਾ ਸਕਾ ਇਹ ਬੋਲਣਾ ਪੈਣਾ, ਸਕਾ ਨਹੀਂ ਕਹਿਣਾ, ਸਕਾ ਇੱਥੇ ਅਦਕ ਨਹੀਂ ਲਾ ਕੇ ਬੋਲਣਾ, ਸਕਾ ਬੋਲਣਾ ਜੀ। ਸੁਣਿਐ ਹੋਹ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ। ਨਾਨਕ ਦੇ ਜਮਕੀ ਹੈ, ਭਗਤਾਂ ਦੇ ਵਿਸ਼ਰਾਮ ਹੈ। ਨਾਨਕ ਨਾਨਕ ਭਗਤਾਂ ਸਦਾ ਵਿਗਾਸ, ਠੀਕ ਹੈ ਜੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਜਿਵੇਂ ਭਾਈ ਸਾਹਿਬ ਜੀ ਨੇ ਇਸ ਪਾਠ ਸੁਣਿਆ ਮੁਖ ਸਾਲਾਹਣ ਮੰਦ, 2 ਪੰਨੇ ਨੋਟ ਕਰਨੇ ਆਪਾਂ, ਜਲਦੀ ਸਲਾਹਣ ਨਹੀਂ ਕਹਿਣਾ, ਸਾਲਾਹਣ 2 ਜਿਹੜੇ ਕੱਢੇ ਲੱਗੇ ਆ। ਇੱਕ ਵਾਰੀ ਆਪ ਹੀ ਆਖੋ ਸਾਲਾਹਣ। ਸਾਲਾਹਣ ਸੱਸੇ ਦਾ ਕੰਨਾ ਬੋਲਣਾ। ਸੁਣੇ ਜਿੱਥੇ ਭਾਈ ਜੁਝਾਰ ਸਿੰਘ ਜੀ ਨੇ ਜੁਗਤ ਕਿਹਾ, ਇਹ ਗਲਤ ਹੈ ਜੀ। ਇੱਥੇ ਜੁਗਤ ਬੋਲਣਾ, ਅਦਕ ਨਹੀਂ ਲਾਉਣੀ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਹਾਂਜੀ, ਐਸੇ ਸਾਸਤ ਪਾਠ ਨਹੀਂ ਕਰਨਾ। ਪਹਿਲੀ ਗੱਲ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਉਚਾਰਨ ਕੀਤਾ ਹੈ। ਤੇ ਸਿਮਰਤ, ਜਿਹੜੀ ਮੰਮੇ ਦੇ ਥੱਲੇ ਰਾਰਾ ਲੱਗਿਆ ਨਾ, ਸਿਹਾਰੀ ਉਹਨੂੰ ਬੋਲੇ, ਕਿਉਂਕਿ ਮੰਮੇ ਦੀ ਜਿਹੜੀ ਜਦੋਂ ਵੀ ਸਿਹਾਰੀ ਲੱਗੀ ਹੋਏ, ਰਾਰਾ ਲੱਗਿਆ ਹੋਏ, ਜਿਹੜਾ ਲਘੂ ਸ਼ਬਦ ਹੈ ਉਹਦੇ ਤੇ ਸਿਹਾਰੀ ਬੋਲੋ, ਜਿਹੜਾ ਪੈਰ 'ਚ ਹੈ, ਠੀਕ ਹੈ। ਇੱਕ ਵਾਰੀ ਭਾਈ ਸਾਹਿਬ ਜੀ ਦੁਬਾਰਾ ਪੜ੍ਹ ਰਹੇ ਨੇ, ਧਿਆਨ ਨਾਲ ਸੁਣੋ। ਸੁਣਿਐ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਇੱਥੇ ਭਗਤਾਂ ਤੇ ਵਿਸ਼ਰਾਮ ਲਓ ਜੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸਨਾਨ, ਸੁਣਿਐ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਸੁਣਿਆ
ਪਾਠ ਫਿਰ ਪੜ, ਰਾੜੇ ਦੇ ਥੱਲੇ ਹਲੰਤ ਦੀ ਸਾਊਂਡ ਬੋਲਣੀ ਹੈ, ਪੜ ਪੜ ਨਹੀਂ ਬੋਲ ਦੇਣਾ, ਠੀਕ ਹੈ, ਠੀਕ ਹੈ। ਪੜ ਪੜ ਇਜ਼ ਅ ਸਾਊਂਡ, ਜਦੋਂ ਆਪਾਂ ਹਲਕਾ ਜਿਹਾ ਹਲੰਤ ਲਗਾਉਂਦੇ ਆ ਤੇ ਫਿਰ ਉਹ ਸਟੱਡੀ ਦੇ ਨਾਲ ਰਿਲੇਟਡ ਹੋ ਜਾਂਦਾ। ਸੁਣਿਐ ਪੜ ਪੜ ਪਾਵਹਿ ਮਾਨ, ਬਿਲਕੁਲ ਸ਼ੁੱਧ ਹੈ ਜੀ। ਪਾਠ ਤਾਂ ਐਦਾਂ ਹੀ ਕਰਨਾ ਜਦੋਂ ਜਿਵੇਂ ਭਾਈ ਸਾਹਿਬ ਕਰ ਰਹੇ ਨੇ। ਸੁਣਿਐ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਰਾ ਗੁਣਾ ਕੇ ਗਾਹ। ਹਾਂਜੀ, ਠੀਕ ਹੈ। ਇੱਥੇ ਨੋਟ ਕਰ ਲੈਣਾ, ਯੂਜੂਲੀ ਵਿਦਿਆਰਥੀ ਸਿੰਘਾਂ ਤੋਂ ਗਲਤੀ ਹੋ ਜਾਂਦੀ ਹੈ, ਉਹ ਪਾਠ ਕਰਦੇ ਹੋਏ ਕਈ ਵਾਰੀ ਨਾਲ ਐੜਾ ਜੋੜੀ ਜਾਂਦੇ ਨੇ। ਜੇ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਪੜਿਆ ਗਾਹ ਨਹੀਂ, ਉਹ ਕਹਿੰਦੇ ਗਾਹਾ, ਠੀਕ ਹੈ। ਅਸਗਾਹੋ, ਉਹ ਹੋੜੇ ਨੂੰ ਉਹ ਊੜੇ ਨੂੰ ਔਂਕੜ ਨੂੰ ਹੋੜਾ ਬਣਾਈ ਜਾਂਦੇ। ਸੋ ਜਿੰਨਾ ਲਿਖਿਆ ਉਨਾ ਹੀ ਪੜ੍ਹਨਾ, ਠੀਕ ਹੈ। ਉਹ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਪੜਿਆ। ਸੁਣਿਆ ਸਰਾ ਗੁਣਾ ਕੇ ਗਾਹ, ਉਹਦੇ ਬਾਅਦ ਐੜਾ ਨਹੀਂ ਲਾਣਾ, ਗਾਹਾ ਐੜਾ ਨਹੀਂ ਲਾਣਾ। ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ। ਸੁਣਿਐ ਅੰਧੇ ਪਾਵਹਿ ਰਾਹ। ਕੋਈ ਦੁਬਾਰਾ ਸੱਸੇ ਨਾਲ ਪਾਠ ਹੈ, ਸ਼ਾਹ ਨਹੀਂ, ਪਾਤਸ਼ਾਹ ਨਹੀਂ ਬੋਲਣਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪਾਂ ਕਿਸੇ ਵੀ ਸੱਸੇ ਨੂੰ ਸ਼ਸ਼ੇ ਦੀ ਬਿੰਦੀ ਨਹੀਂ ਉਚਾਰਨ ਕਰਦੇ। ਸੁਣਿਐ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਇੱਥੇ ਚਾਰ ਪੌੜੀਆਂ ਸੁਣਨ ਦੇ ਮਹੱਤਵ ਤੇ ਆਪਣੀਆਂ ਗੁਰੂ ਸਾਹਿਬ ਨੇ ਚਾਰ ਪੌੜੀਆਂ ਜੋ ਸੁਣਨ ਸ਼੍ਰਵਣ ਦੇ ਮਹੱਤਵ ਹੈ ਉਹ ਦਰਸਾਏ। ਅੱਗੇ ਚਾਰ ਪੌੜੀਆਂ ਮੰਨਣ ਦੀਆਂ ਤੇ ਚਾਰ ਪੌੜੀਆਂ ਨਿਧਿਆਸਨ ਕਰਨ ਦੀਆਂ, ਨਿਧਿਆਸਨ ਸੂਚਨਾ ਦਿਵਾਈ। ਇੱਥੇ ਇੱਕ ਪਾਠ ਆਪ ਜੀ ਸੁਣ ਕੇ ਸੁਣਿਆ ਸੇਖ ਪੀਰ ਪਾਤਸ਼ਾਹ, ਗੁਰੂ ਦੀ ਸਿੱਖਿਆ ਸੁਣ ਕੇ, ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸੁਣ ਕੇ ਇੱਕ ਜੋ ਸ਼ੇਖਾਂ ਪੀਰਾਂ ਪਾਤਸ਼ਾਹਾਂ ਦੀ ਪਦਵੀ ਹੈ ਉਹ ਪ੍ਰਾਪਤ ਹੁੰਦੀ ਹੈ। ਆਪ ਜੀ ਨੇ ਸੁਣਿਆ ਉਹਨਾਂ ਦੇ ਜੋ ਇੱਥੇ ਗੁਰਸਿੱਖ ਜਿਹਨੂੰ ਪਾਤਸ਼ਾਹ ਕਰਕੇ ਬੁਲਾਉਂਦੇ ਆ, ਜਿਵੇਂ ਗਿਆਨੀ ਜੀ ਕਹਿੰਦੇ ਕਰੋ ਪਾਤਸ਼ਾਹ। ਇਹਦਾ ਅਰਥ ਇਹ ਹੈ ਕਿ ਗੁਰਸਿੱਖ ਦੀ ਜਿਹੜੀ ਰਹਿਣੀ ਹੈ ਉਹ ਗੁਰਬਾਣੀ ਨਾਲ ਜੁੜੀ ਹੈ। ਜਿਹੜੀ ਗੁਰਸਿੱਖ ਦਾ ਜੀਵਨ ਹੈ ਉਹ ਹਮੇਸ਼ਾ ਗੁਰਬਾਣੀ ਵਿੱਚ ਹੀ ਸਿਖਾਇਆ ਰਹਿੰਦਾ ਹੈ। ਇਸ ਕਰਕੇ ਆਪਣੇ ਗੁਰੂ ਜੀ ਕਹਿੰਦੇ ਪਾਤਸ਼ਾਹੋ ਆਇਓ ਸੱਜੋ ਜੀ, ਇਹ ਸੂਰਮਿਆਂ ਦੀ ਬੋਲੀ ਹੈ ਸਾਧ ਸੰਗਤ ਦੀ। ਜੇ ਤੁਸੀਂ ਸਾਧੂਆਂ ਵਿੱਚ ਆਓ, ਉਹ ਕਹੇ ਕਿ ਆਓ ਮਹਾਰਾਜ ਬੈਠੋ ਜੀ, ਉਹ ਸਾਧੂਆਂ ਦੀ ਬੋਲੀ ਹੈ। ਇਸ ਕਰਕੇ ਦੋਨੋਂ ਬੋਲੀਆਂ ਆਪ ਜੀ ਸੁਣੀਗੇ ਇਸ ਮੰਚ ਵਿੱਚ ਮਹਾਰਾਜ ਪਾਤਸ਼ਾਹ। ਇਸ ਕਰਕੇ ਆਪਾਂ ਗੁਰਸਿੱਖਾਂ ਦਾ ਸਤਿਕਾਰ ਕਰਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਭੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਔਰ ਸੰਗਤ ਜੀਓ, ਮੰਨੇ ਕੀ ਗਤ, ਗਤ ਤੇ ਵਿਸ਼ਰਾਮ ਲੱਗਣਾ ਪਹਿਲੀ ਪੰਕਤੀ ਦਾ। ਫਿਰ ਬਾਅਦ ਚੋਂ ਮੰਨੇ ਕਾ ਬਹਿਰ ਨਾ ਉਚਾਰਨ ਕਰਿਓ, ਮੰਨੇ ਕਾ ਬਹਿ ਕਰਨ ਵਿਚਾਰ, ਇਸ ਤਰ੍ਹਾਂ ਉਚਾਰਨ ਕਰਨਾ, ਕਾ ਤੇ ਵਿਸ਼ਰਾਮ ਲਾਉਣਾ। ਤੇ ਅਖੀਰਲੀ ਪੰਕਤੀ ਦੇ ਵਿੱਚ ਇਸ ਪੌੜੀ ਜੇ ਕੋ ਮਨ ਜਾਣੈ ਮਨ ਕੋਇ, ਜਿਹੜਾ ਪਹਿਲਾ ਮਨ ਆ ਇੱਥੇ ਟਿੱਪੀ ਲੱਗੀ ਆ, ਇੱਥੇ ਕੱਸ ਕੇ ਬੋਲਣਾ। ਜੇ ਕੋ ਮਨ ਜਾਣੈ, ਜਿਹੜਾ ਦੂਜਾ ਆ ਮਨ, ਇਹਨੂੰ ਸਾਫ਼ ਕਰਕੇ ਬੋਲਣਾ। ਜੇ ਕੋ ਮਨ ਜਾਣੈ ਮਨ ਕੋਇ, ਜਿਹੜਾ ਕੋਈ ਆਪਣੇ ਮਨ ਦੇ ਅੰਦਰ ਗੱਲ ਨੂੰ ਮੰਨ ਲਵੇ, ਮਹਾਰਾਜ ਕਹਿ ਰਹੇ ਨੇ, ਠੀਕ ਹੈ। when we agree something in our heart, ਉਹ ਚੀਜ਼ ਚੱਲ ਰਹੀ। ਜੇ ਕੋ ਮਨ ਜਾਣਾ ਮਨ ਕੋਇ, ਪਹਿਲੇ ਦੇ ਭਾਰੀ ਟਿੱਪੀ, ਦੂਜੇ ਦੇ ਆਪਾਂ ਪੋਲਾ ਬੋਲਣਾ। just like how you guys listen to Katha throughout this camp, that's the Sravana Avastha, listening. Listening is a very powerful tool, and after listening comes Manan, to accept, to believe, to have faith in. ਇਹ ਉਸ ਦੇ ਬਾਰੇ ਵਿਚਾਰ ਚੱਲਦਾ ਆ। ਤੇ ਇੱਥੇ ਸਾਸੇ ਨੋਟ ਕਰਨਾ ਚਾਹੀਦਾ, ਫਰਸਟ ਪੌੜੀ, ਫੋਰ ਪੌੜੀਆਂ ਮੰਨਣ ਤੇ ਉਹ ਕਹਿੰਦੀ ਦਾ ਮਾਂ ਮੰਨੇ, ਮੰਨੇ ਦੋ ਮੰਨੇ ਆਏਗੇ, ਉਹ the rest of the ਪੌੜੀਆਂ ਵੀ ਮੰਨਣਾ ਹੈ ਦਲਾਵਨ ਨਾਲ। ਇਹ ਵੀ ਆਪ ਜੀ ਨੋਟ ਕਰ ਲਓ। ਬਿਲਕੁਲ ਸਹੀ ਹੈ।
ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ। ਹਾਂਜੀ, ਇੱਥੇ ਬੜਾ ਧਿਆਨ ਦੇਣਾ ਹੈ। ਜੇ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਪੜਿਆ, ਜਦੋਂ ਬੱਬੇ ਦੇ ਬਾਹਰ ਧੱਦਾ ਲੱਗਿਆ ਹੋਇਆ ਸਿਹਾਰੀ ਦੇ ਨਾਲ, ਦੱਦਾ ਨਹੀਂ ਲੱਗਿਆ। ਬੁੱਧ ਨਹੀਂ ਬੋਲਣਾ ਕਿਸੇ ਨੇ ਵੀ, ਦ ਨਹੀਂ ਲਗਾਉਣਾ। ਜੇ ਤੁਹਾਡਾ ਫਿਰ ਵੀ ਦ ਦੀ ਸਾਊਂਡ ਤੁਹਾਡੀ ਨਿਕਲਦੀ ਹੈ, ਤੁਸੀਂ ਜਿਵੇਂ ਹਿੰਦੀ 'ਚ ਉਹਦੇ ਬੁੱਧ ਉੱਦਾਂ ਸ਼ੁੱਧ ਕਰੋ ਪਹਿਲਾਂ, ਠੀਕ ਹੈ। ਬੁੱਧ, ਠੀਕ ਹੈ। ਦ ਨਹੀਂ ਬੋਲਣਾ, ਧ ਹੈ, ਧੱਦਾ ਹੈ, ਬੁੱਧ, ਠੀਕ ਹੈ। ਇੱਕ ਵਾਰੀ ਬੋਲ ਕੇ ਦੇਖੋ, ਠੀਕ ਹੈ। ਤੁਹਾਡਾ ਧੱਦਾ ਨਿਕਲਣਾ ਚਾਹੀਦਾ ਹੈ। ਬੁੱਧ, ਇਹ ਭਾਈ ਸਾਹਿਬ ਨੇ ਪੜਿਆ ਬਿਲਕੁਲ ਸ਼ੁੱਧ। ਚਲੋ ਜੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਜਮ ਬਿਲਕੁਲ ਬੋਲਾ ਬੋਲਣਾ ਹੈ, ਅਦਗ ਨਹੀਂ ਲਗਾਉਣਾ। ਮੰਨੈ ਜਮ ਕੈ ਸਾਥ ਨਾ ਜਾਏ। ਤੇ ਇੱਥੇ ਵੀ ਉਹੀ ਹੈ, ਈੜੀ ਦੀ ਸਿਹਾਰੀ ਬੋਲਣੀ ਹੈ, ਉਹਨੂੰ ਲਾ ਨਹੀਂ ਬਣਾ ਦੇਣਾ। ਮਤਲਬ ਜਾਏ ਰੁਕਣਾ ਹੈ। ਜੇ ਤੁਸੀਂ ਬੋਲਦਾ ਜਾਏ, ਉਹ ਲਾ ਬਣ ਜੂ। ਜਾਏ ਬੋਲ ਕੇ ਦੇਖੋ, ਜਾਏ ਜਾਏ, ਠੀਕ ਹੈ। ਰੁਕ ਗਏ ਅਸੀਂ। ਇਫ ਇਟ ਹੈਜ਼ ਬੀਨ ਲਾ ਦੈਨ ਇਟਸ ਜਾਏ। ਯੂ ਨੋ ਦ ਡਿਫਰੈਂਸ ਨਾਓ। ਚਲੋ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ। ਇੱਥੇ ਮੰਨੈ ਪਤ ਪੋਲਾ ਬੋਲਣਾ ਜੀ। ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਵੀ ਪੋਲਾ ਬੋਲਣਾ। ਮਗ ਨਾ ਚੱਲੈ ਪੰਥ। ਇੱਥੇ ਕਈ ਸਟੀਕਾਂ ਦੇ ਵਿੱਚ ਗਰਭਗਣੀ ਟੀਕਾ, ਵੀਰਕਾ ਟੀਕਾ ਦੇ ਵਿੱਚ ਇੱਥੇ ਮਗਨ ਲਿਖਿਆ ਹੈ। ਇਸ ਕਰਕੇ ਇਹ ਵਿਚਾਰ ਕਰਦੇ ਹਨ ਕਿ ਮਗਨ ਹੁੰਦਾ ਮਸਤ, ਜਿਹੜੇ ਮੰਨਣ ਵਾਲੇ ਆ ਉਹ ਮਸਤ ਹੋ ਕੇ ਰਾਹ ਦੇ ਤੁਰਦੇ ਆ। ਪਰ ਇਹ ਅਰਥ ਆ ਗਿਆ ਮੰਨੈ ਮਗ ਇਹ ਵੀ ਹੋ ਸਕਦਾ ਕਿ ਮੌਤ। ਦਰਸ਼ਨ ਨਿਰਣਾ ਹੈ ਮਗਨ ਦਾ, ਇਹ ਨਿਰਣਾ ਕਰਦੇ ਆ ਕਿ ਮਗਨ ਨਹੀਂ ਹੋ ਸਕਦਾ ਕਰਕੇ ਜਿਹੜਾ ਔਂਕੜ ਆ ਅੱਗੇ ਤੇ ਉਹ ਨੰਨੇ ਤੇ ਨਹੀਂਗਾ। ਜੇ ਨੰਨੇ ਤੇ ਸੀਗਾ ਫਿਰ ਠੀਕ ਆ, ਇਹ ਅਰਥ ਅਸੀਂ ਕਰ ਸਕਦੇ, ਇਹ ਉਚਾਰਨ ਕਰ ਸਕਦੇ। ਪਰ ਜਿਹੜਾ ਮੁੱਖ ਉਚਾਰਨ ਆ ਉਹ ਮਗ ਨਾ ਚੱਲਾ ਪੰਥ। ਮਗ ਅਸੀਂ ਕੀ ਕਰ ਸਕਦੇ? ਮਗ ਹੋ ਗਿਆ ਆਬਸਟੀਕਲਸ, ਵਿਘਨ, ਇਸ ਤਰ੍ਹਾਂ ਉਚਾਰਨ ਕਰਦੇ ਹਨ। ਮੁੱਖ ਪਾਠ ਹੈ ਮਗ ਨਾ ਚੱਲਾ ਪੰਥ। ਇਹ ਧਿਆਨ ਰੱਖਣਾ ਜੀ। ਮੌਤ ਰੂਪੀ ਕੋਈ ਔਂਕੜਾ ਉਹ ਰਸਤੇ ਤੇ ਨਹੀਂ ਆਉਂਦੀ ਆ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਹੈ। ਤੇ ਇੱਕ ਗੱਲ ਹੋਰ ਹੈ, ਜਿਹੜਾ ਮੈਂ ਕਈ ਪਾਠੀ ਜਿਹੜੇ ਆਉਂਦੇ ਨੇ ਬੱਚੇ ਪਾਠ ਲਈ, ਉਹ ਪ੍ਰਗਟ ਵੀ ਬੋਲਦੇ ਨੇ। ਉੱਥੇ ਪਾਠ ਟੱਟੇ ਨਾਲ ਹੈ, ਠੀਕ ਹੈ। ਪ੍ਰਗਟ, ਠੀਕ ਹੈ ਜੀ, ਉਹਦੇ ਨਾਲ ਪਾਠ ਕਰਨਾ, ਠੱਠੇ ਨਾਲ ਨਹੀਂ ਕਰਨਾ। ਉਹ ਵੀ ਤੁਸੀਂ ਇੱਕ ਵਾਰੀ ਬੋਲ ਕੇ ਦੇਖ ਲਓ ਮੂੰਹੋਂ, ਪ੍ਰਗਟ ਪ੍ਰਗਟ। ਠੀਕ ਹੈ ਜੀ। ਚਲੋ ਗਿਆਨੀ ਜੀ। ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ। ਮੰਨੈ ਧਰਮ ਸੇ ਤੀਸਨ ਬੰਧ। ਹਾਂਜੀ, ਇੱਥੇ ਵੀ ਧੱਦਾ ਬੋਲਣਾ ਹੈ, ਠੀਕ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ। ਉੱਥੇ ਤਰ੍ਹਾਂ ਤੇ ਦੁਲਾ ਹੈ। ਮੰਨੈ ਤਰ੍ਹਾਂ ਮੂੰਹ ਅੜ ਕੇ ਬੋਲਣਾ ਜੀ। ਤਾਰੇ ਗੁਰਸਿੱਖ, ਤਾਰੇ ਤੇ ਨਾਂ। ਮੰਨੈ ਤਰੇ ਤਾਰੇ ਨਹੀਂ ਕਹਿਣਾ। ਮੰਨੈ ਤਰ੍ਹਾਂ ਤਾਰੇ ਗੁਰਸਿੱਖ। ਭਈ ਉਹ ਆਪ ਵੀ ਤਰੇ ਹੋਏ ਨੇ ਜਿਹੜੇ ਸ਼ਬਦ ਨੂੰ ਮੰਨਦੇ ਨੇ, ਤੇ ਉਹ ਹੋਰਾਂ ਨੂੰ ਵੀ ਤਾਰਦੇ। ਠੀਕ ਹੈ। ਮੰਨੈ ਨਾਨਕ ਭਵਹਿ ਨ ਭਿਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੁਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਇੱਥੇ
ਰਾਰੇ ਕੰਨਾ ਜੱਜੇ ਕੰਨਾ ਰਾ ਜਾਨ ਪੜਨਾ ਪਾਠ ਧਿਆਨ ਨਾਲ ਰਜਾਨ ਨਹੀਂ ਪੜ ਦੇਣਾ ਠੀਕ ਹੈ। ਇੱਥੇ ਪੰਚਾ ਕਾ, ਇੱਥੇ ਵਿਸ਼ਰਾਮ ਲਾਉਣਾ। ਪੰਚਾ ਕਾ ਗੁਰ ਏਕ ਧਿਆਨ। ਇੱਥੇ ਹੁਣ ਇਸ ਪੌੜੀ ਦੇ ਵਿੱਚ ਨਿਧਿਆਸਣ ਦਾ ਦੱਸਿਆ ਗਿਆ। ਪਹਿਲਾ ਸੀਗਾ ਸ਼੍ਰਵਣ 4 ਪੌੜੀਆਂ, ਫਿਰ ਮੰਨਣ ਦੀਆਂ 4 ਪੌੜੀਆਂ, ਹੁਣ ਨਿਧਿਆਸਣ ਮੀਨਸ ਟੂ ਇੰਪਲੀਮੈਂਟ, ਟੂ ਫੋਲੋ। ਬਾਬਾ ਜੀ ਪੁੱਛਦਾ ਸੰਸਕ੍ਰਿਤ ਜੀ ਇੱਥੇ ਕੀ ਵਾਰੀ ਆਪਾਂ ਪੰਜ ਕਰਨ ਦੇ ਜੱਜੇ ਨਾਲ ਜਾਂ। ਚਾ ਹੈਗਾ ਪੰਜ ਚ ਚਰ ਬੋਲਣਾ, ਪੰਜ ਪ੍ਰਵਾਨ, ਪੰਜ ਪ੍ਰਧਾਨ, ਜੱਜਾ ਕੀ ਬੋਲਣਾ ਜੀ? ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸਮਾਰ, ਧੌਲ ਧਰਮ ਦਇਆ ਕਾ ਪੂਤ। ਇੱਥੇ ਧੱਦੇ ਨੂੰ ਕਨੌੜਾ ਲੱਗਿਆ, ਜਿੱਦਾਂ ਗਿਆਨੀ ਜੀ ਨੇ ਪਾਠ ਕੀਤਾ ਉਦਾਂ ਹੀ ਕਰਨਾ ਹੈ। ਧੌਲ ਨਹੀਂ ਬੋਲਣਾ, ਧੌਲ ਠੀਕ ਹੈ ਜੀ। ਤੇ ਵਿਸ਼ਰਾਮ ਜਿਹੜਾ ਹੈ ਉਹ ਧਰਮ ਤੇ ਹੈ। ਧੌਲ ਧਰਮ, ਦਇਆ ਹੁਣ ਇੱਥੇ ਈੜੀ ਨੂੰ ਸਿਹਾਰੀ ਬੋਲਣੀ ਹੈ, ਦਇਆ ਨਹੀਂ ਬੋਲ ਦੇਣਾ। ਦਇਆ ਈੜੀ ਦੀ ਸਿਹਾਰੀ ਬੋਲਣੀ ਹੈ। ਦਇਆ ਕਾ ਪੱਪੇ ਨੂੰ ਦੁਲੈਂਕੜ ਲੱਗੀ ਹੈ, ਪੂਤ ਠੀਕ ਹੈ ਬਿਲਕੁਲ ਸ਼ੁੱਧ ਜੀ। ਕੋਈ ਬੋਲ ਕੇ ਦੇਖ ਲਓ ਆਪਸ 'ਚ। ਧੌਲ ਧਰਮ ਦਇਆ ਕਾ ਪੂਤ ਠੀਕ ਹੈ ਜੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਗੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਇ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕਾਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਜਿਹੜਾ ਪਾਠ ਹੈ ਸਾਡਾ, ਜੋ ਤੁਧ ਭਾਵੈ ਸਾਈ ਭਲੀ ਕਾਰ ਕਹਿਣਾ। ਸਾਈ ਇੱਥੇ ਬੱਚੇ ਪਾਠ ਕਰ ਦਿੰਦੇ ਨੇ, ਉਹ ਗਲਤ ਹੈ, ਸ਼ੁੱਧ ਪਾਠ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਵੀ ਜੋ ਤੁਹਾਨੂੰ ਭਾਂਦੀ ਹੈ ਉਹ ਵਾਲੀ ਕਾਰ ਹੈ, ਉਹ ਭਲੀ ਹੈ, ਉਹ ਸ਼ੁੱਧ ਕਾਰ ਹੈ, ਉਹ ਨਿਰਮਲ ਕਾਰ ਹੈ ਸਾਡੇ ਲਈ। ਜੇ ਅਸੀਂ ਸਾਈ ਬੋਲ ਦਿੰਦੇ ਆ, ਉਹਦਾ ਅਰਥ ਪਰਮੇਸ਼ਵਰ ਹੋ ਜਾਏਗਾ, ਜੋ ਕਿ ਇੱਥੇ ਨਹੀਂ ਟੁੱਕ ਰਿਹਾ। ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਤੂੰ ਸਦਾ ਸਲਾਮਤ ਤੇ ਵਿਸ਼ਰਾਮ ਲਾਉਣਾ। ਕਈ ਵਿਦਿਆਰਥੀ ਪੜ੍ਹ ਲੈਂਦੇ ਤੂੰ ਸਦਾ ਸਲਾਮਤ ਨਿਰੰਕਾਰ, ਇਹ ਗਲਤ ਹੈ। ਸਲਾਮਤ ਤੇ ਵਿਸ਼ਰਾਮ ਲਾਉਣਾ। ਸਾਸਨ ਦੀ ਤੂੰ ਤੇ ਟਿੱਪੀ ਨਹੀਂ ਲੱਗੀ, ਇਸ ਕਰਕੇ ਤੂੰ ਨਹੀਂ ਕਹਿਣਾ, ਤੂੰ ਲੈਣਾ ਪਊਗਾ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਇੱਥੇ 2-3 ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਇੱਕ ਤੇ ਅਸੰਖ ਵਾਲੀ ਪੌੜੀ ਦੇ ਅੰਦਰ ਜਦੋਂ ਪਹਿਲੀ ਜਪ ਵਾਲੀ ਸ਼ੁਰੂ ਹੁੰਦੀ ਹੈ, ਹਮੇਸ਼ਾ ਵਿਸ਼ਰਾਮ ਦੂਜੇ ਸ਼ਬਦ ਤੇ ਹੀ ਆਏਗਾ। ਅਸੰਖ, ਜਿਵੇਂ ਗਿਆਨੀ ਜੀ ਨੇ ਬਿਲਕੁਲ ਸ਼ੁੱਧ ਪਾਠ ਕੀਤਾ, ਜਿੱਥੇ ਜਿੱਥੇ ਅਸੰਖ ਲਿਖਿਆ ਹੋਊਗਾ ਪਹਿਲੀ ਪੌੜੀ, ਉਹਦੇ ਬਾਅਦ ਕੁਦਰਤ ਕਵਣ, ਤੇ ਜਦੋਂ ਵਿਸ਼ਰਾਮ ਲਾਣਾ ਕੁਦਰਤ ਕਵਣ ਕਹਾ
ਵਿਚਾਰ ਵਵੇ ਦੀ ਬਿਹਾਰੀ ਹੈ, ਠੀਕ ਹੈ। ਤੇ ਵਾਰਿਆ ਨਾ ਜਾਵਾ, ਠੀਕ ਹੈ। ਇੱਥੇ ਜਾਵਾ ਨਹੀਂ ਪੜਨਾ, ਬਿੰਦੀ ਨਹੀਂ ਲਾਉਣੀ। ਤੇ ਵਾਰਿਆ ਨਾ ਜਾਵਾ ਏਕ ਵਾਰ, ਠੀਕ ਹੈ ਨਾ। ਤੇ ਉਹਦੇ ਅੰਦਰ ਇੱਕ ਹੋਰ ਧਿਆਨ ਰੱਖਣਾ ਵੀ ਇੱਥੇ ਜਿਹੜਾ ਵਿਸ਼ਰਾਮ ਹੈ ਉਹ ਥਰਡ ਅਲਫਾਬੈਟ ਤੇ ਆ ਗਿਆ, ਤੀਸਰੇ ਸ਼ਬਦ ਤੇ ਆ ਗਿਆ। ਜੋ ਤੁਧ ਭਾਵ ਹੈ ਸਾਈ ਭਲੀਕਾਰ, ਠੀਕ ਹੈ ਜੀ, ਆ ਨੋਟ ਕਰ ਲਿਓ। ਸਾਰੇ ਦੂਜੇ ਸ਼ਬਦ ਤੇ ਸੀਗੇ ਅਸੰਖ ਜਪ, ਅਸੰਖ ਭਾਓ। ਜਿਹੜਾ ਕੰਨਾ ਹੈ ਉਹਨੂੰ ਦੀਰਘ ਕਰਕੇ ਬੋਲੋਗੇ ਤੇ ਊੜੇ ਦੇ ਉੱਤੇ ਤੁਹਾਡਾ ਆਪਣੇ ਆਪ ਸ਼ੁੱਧ ਉਚਾਰਨ ਹੋ ਜਾਊਗਾ। ਅਸੰਖ ਅਰਥ ਸੰਖਿਆ ਤੋਂ ਰਹਿਤ। ਜੇ ਆੜਾ ਅੱਗੇ ਤੱਕ ਜਾਂਦਾ ਕੀਰਤਨ ਵਿੱਚ ਆਉਂਦਾ ਹੈ, ਆੜਾ ਦਾ ਇੱਥੇ ਅਰਥ ਹੈ ਖੇਦਵਾਚਕ। ਤੇ ਖੇਦ ਮੀਨ ਦਾ ਆਪੋਜ਼ਿਟ। ਤੇ ਇਹਦੇ ਵਿਸ਼ੇਸ਼ਵਾਚਕ ਵੀ ਹੋ ਸਕਦੇ ਹਨ, ਪਰ ਪ੍ਰਚਲਿਤ ਅਰਥ ਖੇਦਵਾਚਕ ਹੁੰਦੇ ਹਨ। ਸੰਖਿਆ means to count, some. Asam means you cannot count. Asam jap, asam bhavo. Ginti to रहत है, those beings that are doing your job, Maharaj ji, those beings that have power, love for you is countless. So he gives us nimrata. तो ਸਾਨੂੰ ਨਿਮਰਤਾ ਮਿਲਦੀ ਹੈ ਕੋੜੀਆਂ ਪੜ੍ਹ ਪੜ੍ਹ ਕੇ। ਜੇ if we were to use Gurbani as naam daru, if we were to use Gurbani as medicine, if God were to speak from our hearts, then we do the job of this 40, asant jap, asant phao, asant puja, asant saptao, सच्चे पातशाह में अकल्ला नहीं आ, एक तो एक चरणिया कौन जाने ਮੇਰਾ ਨਾਮ ਜੋ ਤਦ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅਸੰਖ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹਿ ਜੋਰ। ਅਸੰਖ ਗਲ ਵੱਡ, ਅਸੰਖ ਗਲ ਵੱਡ ਹੱਤਿਆ ਕਮਾਹਿ। ਅਸੰਖ ਪਾਪੀ ਪਾਪ ਕਰ ਜਾਹਿ। ਅਸੰਖ ਕੂੜਿਆਰ ਕੂੜੇ ਫਿਰਾਹਿ। ਅਸੰਖ ਮਲੇਛ ਮਲ ਭਖ ਖਾਹਿ। ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ। ਜੋ ਤਦ ਭਾਵੈ ਸਾਈ ਭਲੀ ਕਾਰ। ਹਾਂਜੀ, ਇੱਥੇ 3-4 ਪਾਠ ਇਸ ਪੌੜੀ 'ਚ ਨੋਟ ਕਰਵਾਉਣੇ ਆ ਤੁਹਾਨੂੰ ਸਾਰਿਆਂ ਨੂੰ। ਸਭ ਤੋਂ ਪਹਿਲੇ ਤੁਸੀਂ ਨੋਟ ਕਰੋ ਕਿ ਜਿਹੜਾ ਪੰਕਤੀ ਹੈ ਅਸੰਖ ਗਲ ਵੱਡ ਹੱਤਿਆ ਕਮਾਰ, ਉੱਥੇ ਜਿਹੜਾ ਵੱਡ ਬੋਲਣਾ ਹੈ ਉਹ ਡ ਦੇ ਨਾਲ ਨਹੀਂ ਬੋਲਣਾ, ਠੀਕ ਹੈ। ਢੱਡਾ ਲੱਗਿਆ ਉੱਥੇ, ਵੱਡ ਨਹੀਂ ਬੋਲਣਾ, ਵੱਡ ਨਹੀਂ ਬੋਲਣਾ, ਠੀਕ ਹੈ, ਵੱਡ, ਠੀਕ ਹੈ। ਤੇ ਦੂਜਾ ਪਾਠ ਨੋਟ ਕਰੋ ਕੂੜਿਆਰ, ਕੱਕੇ ਨੂੰ ਦਲੈਂਕੜ ਲੱਗੀ ਹੈ। ਅਸੰਖ ਕੂੜਿਆਰ, ਰਾੜੇ ਦੀ ਸਿਹਾਰੀ ਵੀ ਬੋਲਣੀ ਹੈ, ਠੀਕ ਹੈ। ਤੀਜਾ ਪਾਠ ਨੋਟ ਕਰੋ ਅਸੰਖ ਨਿੰਦਕ ਤੇ ਵਿਸ਼ਰਾਮ ਹੈ, ਸਿਰ ਕਰਹਿ ਭਾਰ। ਉਹਦੇ ਬਾਅਦ ਸਭ ਤੋਂ ਜ਼ਰੂਰੀ ਜਿਹੜਾ ਧਿਆਨ ਦੇਣਾ ਹੈ, ਇਸ ਪੌੜੀ ਦੇ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਨੀਚਾਂ ਦੀ ਵਿਚਾਰ ਕਹੀ ਹੈ। ਤੇ ਤੁਸੀਂ ਪਾਠ ਕਰਨਾ ਹੈ ਨਾਨਕ, ਵਿਸ਼ਰਾਮ ਲਾਣਾ ਪ੍ਰੋਪਰ, ਨਾਨਕ ਨੀਚ ਕਹੈ ਵਿਚਾਰ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਨੀਚਾਂ ਦੀ ਵਿਚਾਰ ਦਾ ਵਰਣਨ ਕੀਤਾ ਹੈ, ਠੀਕ ਹੈ। ਇਹ ਗੱਲ ਕਲੀਅਰ ਹੋ ਗਈ। ਇੱਕ ਵਾਰੀ ਬੋਲ ਕੇ ਦੇਖੋ, ਨਾਨਕ ਨੀਚ ਕਹੈ ਵਿਚਾਰ, ਨੀਚਾਂ ਦੀ ਵਿਚਾਰ ਕੀਤੀ। ਮਹਾਰਾਜ ਦੇ ਨਾਮ ਦੇ ਨਾਲ ਜੇ ਤੁਸੀਂ ਦੂਜਾ ਸ਼ਬਦ ਲਾਤਾ ਉਹ ਬਚਨ ਕੱਚਾ ਹੋ ਜਾਏਗਾ। ਨਾਲੇ ਅਸੀਂ ਸਿੱਖ ਮਹਾਰਾਜ ਨੂੰ ਕਦੇ ਵੀ ਉੱਦਾਂ ਨਹੀਂ ਸੰਬੋਧਨ ਕਰਦੇ। ਸੋ ਉਹ ਬਚਨ ਦਾ ਬਹੁਤ ਧਿਆਨ ਰੱਖਣਾ ਹੈ ਪਾਠ ਕਰਦੇ ਹੋ ਜਪਜੀ ਸਾਹਿਬ ਦਾ। ਨਾਨਕ ਨੀਚ ਕਹਿ ਵਿਚਾਰ। ਇਹ ਵਾਲੀ ਗਲਤੀ ਹੁੰਦੀ ਹੈ ਜਦੋਂ ਤੁਸੀਂ ਗੱਡੀ ਦੇ ਅੰਦਰ ਪਾਠ ਕਰਦੇ ਆ, ਆਪਾਂ ਕੰਮ ਤੇ ਜਾ ਰਹੇ ਆ, ਸਵੇਰੇ ਨਿਤਨੇਮ ਰਹਿ ਗਿਆ, ਫਿਰ ਗੱਡੀ ਦੇ ਅੰਦਰ ਤੁਸੀਂ ਇਦਾਂ ਹੀ ਪੜ੍ਹੀ ਜਾਣਾ ਨਾਨਕ ਨੀਚ ਕਹਿ ਵਿਚਾਰ, ਉਹ ਗਲਤ ਹੋ ਜਾਣਾ। ਐਸੀ ਕਰਕੇ ਮਹਾਰਾਜ ਨੇ ਕਿਹਾ ਵੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਵੇਲੇ ਟਿਕ ਕੇ ਚੌਂਕੜਾ ਲਾ ਕੇ ਆਰਾਮ ਨਾਲ ਕਰਕੇ ਫੇਰ ਕੰਮਾਂ ਕਾਰਾਂ ਤੇ ਜਾਓ। ਜਦੋਂ ਤੁਸੀਂ ਕੰਮ ਤੇ ਜਾਣਾ ਤਾਂ ਕੀਰਤਨ ਕਥਾ ਜਾਂ ਵਾਹਿਗੁਰੂ ਮੰਤਰ ਤੁਸੀਂ ਗੱਡੀ ਚਲਾ ਸਕਦੇ ਹੋ, ਪਰ ਕੋਸ਼ਿਸ਼ ਕਰਿਆ ਕਰੋ ਨਿਤਨੇਮ ਦੀ ਬਾਣੀ ਘਰ ਚੌਂਕੜਾ ਲਾ ਕੇ, ਜਿੱਥੇ ਤੁਹਾਡਾ ਸਥਾਨ ਹੈ ਇੱਕ ਪਰਟੀਕੂਲਰ, ਜਿੱਥੇ ਤੁਹਾਡੇ ਘਰ ਦੇ ਅੰਦਰ ਤੁਸੀਂ ਧੂਪ ਬੱਤੀ ਕਰਦੇ ਹੋ, ਜਿੱਥੇ ਇਕਾਗਰਚਿਤ ਹੋ ਕੇ ਬਹਿੰਦੇ ਹੋ, ਉੱਥੇ ਬੈਠ ਕੇ એનર્ਜੀ ਲੈ ਕੇ ਰੋਜ਼ ਇਕਾਗਰਚਿਤ ਹੋ ਕੇ ਪਾਠ ਕਰਿਆ ਕਰੋ। ਇਸ ਪੌੜੀਆਂ ਦੇ ਵਿੱਚ ਅਸੰਖ ਵਾਲੀਆਂ ਪੌੜੀਆਂ ਦੇ ਵਿੱਚ ਸਤਿਗੁਣ ਰਜੋਗੁਣ ਤੇ ਤਮੋਗੁਣ ਦਾ ਕਥਨ ਕੀਤਾ ਗਿਆ ਹੈ। ਤੇ ਉਸ ਤੋਂ ਬਾਅਦ 'ਚ ਨਾਮ ਦਾ ਕਥਨ ਕਰੋਗੇ ਮਹਾਰਾਜ।
ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਪਾਠ ਯਾਦ ਵਾਸਤੇ ਇਹ ਵੀ ਤੁਸੀਂ ਨੋਟ ਕਰੋ ਕਿ ਜਿਹੜਾ ਨਾਨਕ ਸ਼ਬਦ ਹੈ ਇਹ ਹੋਰ ਪੌੜੀ ਵਿੱਚ ਨਹੀਂ ਆਉਂਦਾ, ਇਹ 4 ਪੌੜੀਆਂ ਵਿੱਚ। ਵੈਸੇ come up in the Panch Parvan, this comes as some job, but it comes up when Guru Sahib talks about the Rajat and Tamogun world, like Paisal is saying, Guru was saying, Guru Sahib was there, Nanak नीच कहा नीचार, पर एक सिख तो ये एक अगर अपनी नीच या अपने गुरु नीचे गई है। ਵਾਹਿਗੁਰੂ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਭਾਈ ਸਾਹਿਬ ਜੀ ਨੇ ਇੱਥੇ ਬਹੁਤ ਸ਼ੁੱਧ ਉਚਾਰਨ ਕੀਤਾ। ਇੱਥੇ ਅਖਰੀ ਨਾਮ, ਇੱਥੇ ਵਿਸ਼ਰਾਮ ਲੱਗੂਗਾ। ਅਖਰੀ ਨਾਮ ਅਖਰੀ ਸਾ ਲਾਹ, ਸੱਸੇ ਦੇ ਕੰਨਾ ਲਾਹ, ਲੱਲੇ ਦੇ ਕੰਨਾ। ਤੇ ਫਿਰ ਉਸ ਤੋਂ ਬਾਅਦ 'ਚ ਅਖਰੀ ਤੇ ਵਿਸ਼ਰਾਮ ਲੱਗੂਗਾ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਫਿਰ ਉਸ ਤੋਂ ਬਾਅਦ 'ਚ ਅੱਖਰਾ ਸਿਰ ਸੰਜੋਗ ਵਖਾਣ। ਇੱਥੇ ਅੱਖਰਾ ਸਿਰ ਇਹ ਯਾਦ ਰੱਖਣਾ, ਕਿੱਥੇ ਵਿਸ਼ਰਾਮ ਲੱਗਦੇ, ਕਿੱਥੇ ਵਿਸ਼ਰਾਮ ਨਹੀਂ ਲੱਗਦੇ। ਜਿਨ ਇਹ ਲਿਖੇ ਤਿਸ ਸਿਰ ਨਾਹਿ, ਜਿਵ ਫਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ। ਸੋ ਅਸੰਖ ਨਾਮ ਵਾਲੀ ਪੌੜੀ ਤੋਂ ਮਹਾਰਾਜ ਇਹ ਕਥਨ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਅਗੰਮ ਹਨ, ਤੇ ਜਿੰਨਾ ਵੀ ਸੰਸਾਰ ਹੈ ਇਹ ਨਾਮ ਜਪਣ ਲਈ ਬਣਾਇਆ ਹੈ। ਇਹ ਯਾਦ ਰੱਖਣਾ ਜੀ ਸਾਧ ਸੰਗਤ ਜੀਓ। ਬਿਨਾਂ ਨਾਮ ਜਪਣ ਤੋਂ ਕਿਸੇ ਨੂੰ ਸਰੂਪ ਰੂਪ ਕੋਈ ਥਾਂ ਨਹੀਂ ਪ੍ਰਾਪਤ ਹੋਵੇਗੀ। ਇਹ ਮਹਾਰਾਜ ਉਚਾਰਨ ਕਰਦੇ ਹਨ ਇਸ ਪੌੜੀ ਦੇ ਵਿੱਚ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲੈ ਜਾਹ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ। ਇੱਥੇ ਦੋਨੇ ਥੋੜੇ ਬੋਲਣੇ, ਔਂਕੜ ਬੋਲਣੇ ਨੇ। ਆਵਹ ਜਾਹ, ਠੀਕ ਹੈ। ਆਵ ਤੇ ਜਾਹ ਪਾਠ ਨਹੀਂ ਹੈ, ਔਂਕੜ ਬੋਲ ਕੇ ਪਾਠ। ਸਾਧ ਸੰਗਤ ਜੀ, ਕਈ ਗੁਰਕੀ ਸਾਹਿਬਾਂ ਵਿੱਚ ਉੱਤਰਸ ਪਾਠ ਵੀ ਆਉਂਦਾ ਹੈ। ਸੰਪਰਦਾਇ ਪਾਠ ਉੱਤਰ ਸੋਖੀਹ ਮੰਨਿਆ ਜਾਂਦਾ ਹੈ ਜੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇੱਥੇ ਨਾਉ ਪਾਠ ਕੀਤਾ ਭਾਈ ਸਾਹਿਬ ਨੇ, ਕਿਉਂਕਿ ਤੀਰਥਾਂ ਦੇ ਨਹਾਉਣ ਦੀ ਗੱਲ ਚੱਲ ਰਹੀ ਹੈ। ਨਾਉ ਪਾਠ ਨਹੀਂ ਆਏਗਾ, ਨਾਉ ਹੀ ਆਏਗਾ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤ ਆਖ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਵੇਲਾ ਵਕਤ ਕਵਣ ਥਿਤ ਕਵਣ ਵਾਰ। ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਾਹ ਨ ਕੋਈ। ਥਿਤ ਵਾਰ ਨ ਜੋਗੀ ਜਾਣੈ, ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਾਹ ਨ ਕੋਈ। ਇੱਥੇ ਕਵਣ ਸੇ ਰੁੱਤੀ ਤੇ ਅਧਿਕ ਲਾਉਣਾ, ਰੋਤੀ ਨਹੀਂ ਕਹਿਣਾ, ਰੁੱਤੀ। ਇੱਥੇ ਵਾਂਝੋ ਰੁੱਤ ਵੀ ਆਉਂਦਾ, ਉੱਥੇ ਵੀ ਅਧਿਕ ਲਾਉਣਾ ਸਾਧ ਸੰਗਤ ਜੀ। ਥਿਤ ਵਾਰ ਨ ਜੋਗੀ ਜਾਣੈ,
ਰੁੱਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕਾ ਸਾਜੇ, ਆਪੇ ਜਾਣੈ ਸੋਈ। ਇੱਥੇ ਜਾ ਕਰਤਾ ਉੱਥੇ ਠਮਕੀ ਲਾਉਣੀ ਆ, ਫਿਰ ਉਚਾਰਨ ਕਰਨਾ ਸਿਰ ਠੀਕ ਕਹੋ ਸਾਜੇ, ਸਾਜੇ ਤੇ ਵਿਸ਼ਰਾਮ ਆਊਗਾ। ਜਾ ਕਰਤਾ ਸਿਰ ਠੀਕ ਕਹੋ ਸਾਜੇ, ਆਪੇ ਜਾਣੈ ਸੋਈ। ਇੱਥੇ ਕਿਹੜੀ ਜਗ੍ਹਾ ਹੋਈ ਹੈ? ਹਾਂ ਜੀ, ਇਹ ਦੱਸ ਦਿਓ। ਜਾ ਕਰਤਾ ਸਿਰ ਠੀਕ। ਅੱਛਾ ਜੀ, ਇੱਕ ਪਾਠ ਨੋਟ ਕਰ ਲੈਣਾ। ਭਾਈ ਸਾਹਿਬ ਭਾਈ ਸੁਖਬੀਰ ਸਿੰਘ ਜੀ ਵੱਲੋਂ ਸਾਰਿਆਂ ਨੂੰ ਬੇਨਤੀ ਆਈ ਹੈ ਬਈ ਜੇ ਇੱਥੇ ਹੁਣ ਪਾਠ ਊੜਾ ਹੈ, ਜਾਂ ਕਰਤਾ ਸਿਰ ਠੀਕ ਕਉ, ਊੜੇ ਨਾਲ। ਜੇ ਹੋੜਾ ਹੋਏਗਾ ਅਸੀਂ ਪੜ੍ਹ ਦਿੰਦੇ ਹਾਂ ਕੋ, ਉਹ ਤਾਂ ਬਣ ਜਾਏਗਾ ਹੋੜਾ। ਜੇ ਊੜਾ ਲੱਗਿਆ ਤੇ ਕਉ, ਕਉ, ਠੀਕ ਹੈ। ਜੇ ਅਸੀਂ ਪੜ੍ਹਤਾ ਜਾ ਕਰਤਾ ਸਿਰ ਠੀਕ ਕੋ ਸਾਜੇ, ਉਹ ਹੋੜਾ ਬਣ ਜਾਏਗਾ, ਉਹ ਸ਼ੁੱਧ ਪਾਠ ਹੋ ਜਾਏਗਾ। ਇੱਕ ਵਾਰੀ ਬੋਲ ਕੇ ਦੇਖੋ, ਕਾਓ ਕਾਓ। ਠੀਕ ਹੈ। ਚਲੋ ਗਿਆਨੀ ਜੀ ਇੱਥੇ ਹੀ ਕਰ ਦਿਓ। ਜਾ ਕਰਤਾ ਜਾ ਕਰਤਾ ਸਿਰ ਠੀਕਾਉ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਲਾਹੀ, ਸੱਸੇ ਕੰਨਾ ਲੱਲੇ ਕੰਨਾ ਜੀ। ਹਾਂਜੀ। ਕਿਵ ਕਰ ਆਖਾ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਇੱਥੇ ਪਾਠ ਏਕ ਨਹੀਂ ਕਰਨਾ, ਅੱਕ ਨਹੀਂ ਕਰਨਾ, ਕੀੜੀ ਸਿਹਾਰੀ ਨੇ ਇੱਕ, ਠੀਕ ਹੈ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਿਆ ਨਾ ਸੋ ਹੈ। ਪਾਤਾਲ ਲਖ ਆਗਾਸਾ ਆਗਾਸ। ਇੱਥੇ ਪਾਤਾਲ ਮੂੰਹ ਖੋਲ ਕੇ ਉਚਾਰਨ ਕਰਨਾ। ਇੱਥੇ ਕੰਨੇ ਲੱਗੇ ਹੋਏ ਹਨ, ਬੱਬੇ ਤੱਕੇ ਤੇ ਲੱਲੇ ਤੇ। ਪਾਤਾਲ ਲੱਖ, ਇੱਥੇ ਲੱਖ ਤੇ ਵਿਸ਼ਰਾਮ ਲੱਗੂਗਾ। ਇਹ ਉਚਾਰਨ ਕਰਦੇ ਕਿ ਵਿਦਿਆਰਥੀ ਉਚਾਰਨ ਕਰਦੇ ਹਨ ਪਾਤਾਲ ਲੱਖ ਆਗਾਸਾ ਆਗਾਸ। ਇਹ ਗਲਤ ਹੈ ਜੀ। ਪਾਤਾਲ ਲੱਖ ਵਿਸ਼ਰਾਮ ਆਗਾਸਾ ਆਗਾਸ। ਜਿਵੇਂ ਗਿਆਨੀ ਜੀ ਨੇ ਡਾਕਟਰ ਬਾਬੂ ਜੀ ਨੇ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ, ਲੱਖ ਜਿਹੜਾ ਸ਼ਬਦ ਹੈ ਇਹ ਡੇਲੀ ਦੀ ਕੁਝ ਸ਼ਬਦ ਹੈ। ਜਿਵੇਂ ਇੱਕ ਦੀਵਾ, ਤੁਸੀਂ ਜਿਹੜਾ ਦੀਵਾ ਦੀ ਰੋਸ਼ਨੀ ਹੈ, ਜੇ ਆਪਾਂ if you put the diva in the middle of the door and the veranda, in the outside area, the ਰੋਸ਼ਨੀ gives it inside the house and the outside the house as well. So that way ਜਿਹੜੇ ਸ਼ਬਦਾਂ ਦੇ ਡੇਲੀ ਦੀ ਕੁਝ ਸ਼ਬਦ ਹੁੰਦੇ ਆ, which give ਰੋਸ਼ਨੀ to the previous ਪੰਕਤੀ and the next ਪੰਕਤੀ। ਜਿਵੇਂ ਗਿਆਨੀ ਜੀ ਨੇ ਕਿਹਾ ਸੀ ਪਾਤਾਲ, ਆ ਜਿਹੜਾ ਲੱਖ ਦਾ ਸ਼ਬਦ ਹੈ ਇਹ applies to ਪਾਤਾਲ, and then ਆਗਾਸਾ ਆਗਾਸ ਦਾ ਵੀ ਜਿਹੜਾ ਆਪਾਂ ਅਰਥ ਕਰਦੇ ਹਾਂ, the ਲੱਖ applies there as well. ਮੁੱਖ ਪਾਠ ਪਾਤਾਲ ਲੱਖ ਹੈ ਜੀ। ਪਾਤਾਲ ਲਖ ਆਗਾਸਾ ਆਗਾਸ। ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਸਹਿਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹ ਏਤੀ ਸੁਰਤ ਨ ਪਾਈਆ, ਨਦੀਆ ਅਤੈ ਵਾਹ। ਪਵਹਿ ਸਮੁੰਦ ਨ ਜਾਣੀਐ, ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨ ਹੋਵਨੀ। ਜੇ ਤਿਸ ਮਨ ਹੋ ਨ ਵੀਸਰਹਿ, ਅੰਤ ਨ ਸਿਫਤੀ। ਕਹਿਣ ਨ ਅੰਤ ਨ ਕਰਣੈ, ਦੇਣ ਨ ਅੰਤ ਨ ਵੇਖਣ। ਸੁਣਨ ਨ ਅੰਤ। ਹਾਂਜੀ, ਇੱਥੇ ਨੋਟ ਕਰ ਲਿਓ, ਦੋਨੇ ਨਾਣੇ ਨੇ। ਜਿਵੇਂ ਭਾਈ ਸਾਹਿਬ ਨੇ ਬਿਲਕੁਲ ਸ਼ੁੱਧ ਪਾਠ ਕੀਤਾ ਹੈ। ਸੁਣਨ, ਬੋਲ ਕੇ ਦੇਖੋ, ਸੁਣਨ। ਕਿਸੇ ਨੇ ਵੀ ਸੁਣਨ ਨਹੀਂ ਕਰਨਾ, ਪਹਿਲੇ ਨੂੰ ਨੰਨਾ ਨਹੀਂ ਬਣਾ ਦੇਣਾ, ਜਾਂ ਦੂਜੇ ਨੂੰ ਸੁਣਨ ਨਹੀਂ ਕਰਨਾ। ਦੋਨੇ ਨਾਣੇ ਨੇ, ਠੀਕ ਹੈ। ਸੁਣਨ। ਇਹ ਗੱਲ ਦੇ ਉੱਤੇ ਬਹੁਤ ਧਿਆਨ ਰੱਖਣਾ ਇਸ ਪਾਠ 'ਤੇ। ਹਾਂਜੀ, ਇੱਕ ਵਾਰੀ ਗਿਆਨੀ ਜੀ ਨਾਲ ਦੁਬਾਰਾ ਦੱਸ। ਅੰਤ ਨ ਕਰਣੈ, ਦੇਣ ਨ ਅੰਤ ਨ ਵੇਖਣ। ਸੁਣਨ ਨ
ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ। ਇੱਥੇ ਬਹੁਤਾ ਹਾਹਾ ਉਚਾਰਨ ਕਰਨਾ ਜੀ, ਬਹੁਤਾ ਨਹੀਂ ਕਹਿਣਾ, ਬਹੁਤਾ ਇੱਥੇ ਹਾਹਾ ਜ਼ਰੂਰੀ ਹੈ। ਬਾਣੀ ਪੜ੍ਹਦੇ ਹਰੇਕ ਅੱਖਰ ਅਸੀਂ ਉਚਾਰਨ ਕਰਨਾ। ਬਹੁਤਾ ਕਹੀਆ ਬਹੁਤਾ ਹੋਏ। ਹਾਂਜੀ ਹਾਂਜੀ ਚਲੋ ਬਹੁਤ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ। ਉੱਪਰ ਤੇ ਇੱਥੇ ਅਧਿਕ ਲਾਉਣਾ, ਕੱਸ ਕੇ ਉਚਾਰਨ ਕਰਨਾ, ਉੱਪਰ ਵੀ ਕਹਿਣਾ ਉੱਪਰ। ਏਵਡ ਊਚਾ ਹੋਵੇ ਕੋਇ ਤਿਸ ਊਚੇ ਕਉ ਜਾਣੈ ਸੋਇ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ। ਠੀਕ ਹੈ ਜੀ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ। ਖੱਪ ਬਹੁਤ ਬੋਲਾ ਬੋਲਣਾ, ਖੱਪ ਨਹੀਂ ਕਹਿਣਾ, ਖੱਪ ਬੋਲਾ ਬੋਲਣਾ, ਇਹਨੂੰ ਬੋਲਾ ਉਚਾਰਨ ਕਰਨਾ ਸਾਫ਼। ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਤੇ ਵਿਸ਼ਰਾਮ ਲਾਉਣਾ ਜੀ। ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ। ਇਸ ਤੋਂ ਬਾਅਦ 'ਚ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਵਿਸ਼ਰਾਮ ਲੈ ਮੁਕਰ ਪਾਹੇ। ਫਿਰ ਕੇਤੇ ਮੂਰਖ ਤੇ ਵਿਸ਼ਰਾਮ ਇੱਥੇ ਲੱਗੂਗਾ ਜੀ। ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ। ਜਿਹੜਾ ਜਦੋਂ ਤੁਸੀਂ ਮੁੱਕਰ ਪੋਲਾ ਬੋਲਤਾ ਤੇ ਉਹਦਾ ਅਰਥ ਫਿਰ ਮਿਰਰ ਹੋ ਜਾਂਦਾ ਹੈ। ਇਹ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਬਹੁਤ ਵਾਰੀ ਆਉਂਦਾ ਹੈ ਮੁੱਕਰ ਬਿਨਾਂ ਅਦਬ। ਤੇ ਇੱਕ ਵਾਰੀ ਮੁੱਕਰ ਜਿਵੇਂ ਹੁਣ ਇੱਥੇ ਪਾਠ ਆ ਰਿਹਾ ਵੀ ਕਈ ਲੈ ਕੇ ਵਾਹਿਗੁਰੂ ਤੋਂ ਦਾਤਾਂ ਵੀ ਮੁੱਕਰ ਜਾਂਦੇ ਨੇ। ਠੀਕ ਹੈ। ਕੇਤੇ ਲੈ ਮੁੱਕਰ ਪਾਹੇ ਪੱਪੇ ਦਾ ਕੰਨੇ ਨੂੰ ਦੁਬਾਰਾ ਦੱਸ ਰਹੇ ਆ ਜੀ। ਦੀਰਘ ਤੇ ਹਾਹੇ ਦੀ ਸਿਹਾਰੀ ਆਪੇ ਲਘੂ ਹੋ ਜਾਏਗੀ। ਤੇ ਕੇਤਿਆ ਦੁੱਖ ਭੂਖ ਦੱਦੇ ਨੂੰ ਵੀ ਦੁਲੈਂਕੜ ਹੈ ਤੇ ਭੱਬੇ ਨੂੰ ਵੀ ਦੁਲੈਂਕੜ ਹੈ। ਦੁੱਖ ਭੂਖ ਸਦ ਮਾਰ। ਠੀਕ ਹੈ ਜੀ। ਇਹ ਭੇ ਹੁਣ ਇੱਥੇ ਭੀ ਨਹੀਂ ਬੋਲਣਾ, ਇਹਨਾਂ ਨੇ ਗੱਡੀਆਂ ਦੇ ਪਿੱਛੇ ਲਿਖਾਇਆ ਹੁੰਦਾ ਇਹ ਭੀ, ਉਹ ਭੀ ਨਹੀਂ ਹੈ, ਭੱਬੇ ਦੇ ਸਿਹਾਰੀ ਹੈ। ਇਹ ਭੇ ਦਾਤ ਤੇਰੀ ਦਾਤਾਰ। ਚਲੋ ਜੀ। ਇੱਥੇ ਇਹ ਭੇ ਦਾਤ ਤੇਰੀ ਤੇ ਵਿਸ਼ਰਾਮ ਲੱਗਣਾ। ਦਾਤ ਨਹੀਂ, ਇਹ ਦਾਤ ਤੇ ਵਿਸ਼ਰਾਮ ਲਾਉਂਦੇ ਹਨ। ਦਾਸ ਵੀ ਕਾਫੀ ਲਾਉਂਦਾ, ਪਰ ਤੇਰੀ ਤੇ ਵਿਸ਼ਰਾਮ ਲਾਉਣਾ। ਉਹ ਮੁੱਖ ਕੋਈ ਹੈ ਉਹੀ ਪਾਠ ਹੈ ਤੇਰੀ ਤੇ। ਕੇਤਿਆ ਦੁਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਈ। ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਈ। ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇ ਤੀਆ ਮੋਹਿ ਉਹ ਜਾਣੈ ਜੇ ਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ ਆਖੈ ਸੇ ਭੇਕਈ ਕੇ ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ। ਇਹਨੂੰ ਹੁਣ ਅਸੀਂ ਛਾਤੀ ਨਾਲ ਭਰ ਕੇ ਬੋਲਣਾ ਅਮੁੱਲ। ਠੀਕ ਹੈ। ਜਿਹੜਾ ਮੋਲ ਤੋਂ ਰਹਿਤ ਹੋਵੇ, ਪ੍ਰੀਸ਼ੀਅਸ ਹੋਵੇ। ਠੀਕ ਹੈ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਚਲੋ ਗਿਆਨੀ ਜੀ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ
ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਕੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ। ਇੱਥੇ ਯਾਦ ਰੱਖਣਾ ਆਖੇ ਤੇ ਵਿਸ਼ਰਾਮ ਲੱਗੂਗਾ ਜੀ। ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹਿ ਕੇਤੇ ਕਹਿ ਉਠ ਉਠ ਜਾਹਿ ਕੇਤੇ ਕੀਤੇ ਹੋਰ ਕਰੇਹ ਤਾ ਆਖ ਨ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ। ਸੋ ਇਹ ਸ਼ਬਦ 3 ਵਾਰੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇੱਕ ਵਾਰੀ ਜਪਜੀ ਸਾਹਿਬ ਦੇ ਵਿੱਚ, ਇੱਕ ਵਾਰੀ ਰਾਜਾ ਸਾਹਿਬ ਦੇ ਵਿੱਚ ਤੇ ਇੱਕ ਵਾਰੀ ਰਾਗ ਆਸਾ ਦੇ ਵਿੱਚ। ਸਾਰੇ ਵੱਖਰੇ ਵੱਖਰੇ ਉਚਾਰਨ ਹਨ। ਜਿੱਥੇ ਵੱਖਰੇ ਉਚਾਰਨ ਹਨ ਉੱਥੇ ਅਸੀਂ ਦੱਸਾਂਗੇ। ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀਸਿਓ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਸਾਧ ਸੰਗਤ ਜੀ ਖਿਆਲ ਰੱਖਣਾ ਜਪਜੀ ਸਾਹਿਬ ਦੇ ਵਿੱਚ ਸੋ ਦਰ ਕੇਹਾ ਸੋ ਘਰ ਕੇਹਾ ਉਚਾਰਨ ਹੁੰਦਾ ਹੈ। ਫਿਰ ਰਾਰਾ ਸਾਹਿਬ ਦੇ ਵਿੱਚ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਇਹ ਯਾਦ ਰੱਖਣਾ, ਇਹ ਵੱਖਰਾ ਆ। ਕੰਟ ਕਰਦੇ ਯਾਦ ਰੱਖਣਾ ਜ਼ਰੂਰੀ ਹੈ। ਇੱਕ ਹੋਰ ਕਦੋਂ ਪਾਠ ਕੇਤੇ ਰਾਗ ਪ੍ਰੀਸ ਕਹੀਆਂ ਜਪਜੀ ਸਾਹਿਬ ਕਹੀਆਂ ਰਾਰਾ ਸਾਹਿਬ ਕਹੀਆਂ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਦਾਸਣ ਬੈਠੇ ਦੇਵਤਿਆ ਦਰ ਨਾਲੇ। ਰਾਰਾ ਸਾਹਿਬ ਦੇ ਵਿੱਚ ਇੰਦ ਨਹੀਂ ਆਊਗਾ, ਇੰਦਰ ਆਊਗਾ। ਇੰਦਰਾਸਣ ਬੈਠੇ। ਰਾਰਾ ਸਾਹਿਬ ਦੀ ਕ੍ਰਿਸ਼ਨਾ ਪਾਠ ਸੀ ਗਾਵਹਿ ਮਨ ਪੌਣ ਪਾਣੀ ਦਾ ਸੰਤਰ ਅਤੇ ਪਵਨ ਪਾਠ ਹੁੰਦਾ ਹੈ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ। ਇੱਥੇ ਜਪਜੀ ਸਾਹਿਬ ਦੇ ਵਿੱਚ ਰਖੀਸਰ ਹੁੰਦਾ, ਰਾਰਾ ਸਾਹਿਬ ਦੇ ਵਿੱਚ ਆਊਗਾ ਰਖੀਸੁਰ। ਸੱਸੇ ਤੇ ਔਂਕੜ ਲੱਗੂਗਾ। ਇੱਥੇ ਜਪਜੀ ਸਾਹਿਬ ਦੇ ਵਿੱਚ ਸੱਸੇ ਤੇ ਔਂਕੜ ਨਹੀਂ ਹੈ, ਇੱਥੇ ਮੁਕਤਾ ਹੈ ਰਖੀਸਰ। ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਏ ਆਲੇ ਰਹਿਰਾ ਸਾਹਿਬ ਦੇ ਵਿੱਚ ਸੁਰਗ ਆਊਗਾ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸਾਧ ਸੰਗਤ ਜੀ ਇੱਥੇ ਜਪਜੀ ਸਾਹਿਬ ਦੇ ਵਿੱਚ ਕਾਫੀ ਗਾਵ ਰਹੇ ਹੁੰਦਾ। ਹਾਹੇ ਨੂੰ ਸਿਹਾਰੀ। ਰਹਿਰਾ ਸਾਹਿਬ ਦੇ ਵਿੱਚ ਕਾਫੀ ਗਾਵ ਬਣਾਊਗਾ। ਇਹ ਯਾਦ ਰੱਖਿਓ ਜੀ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ
ਰਚਨਾ ਜਿਨ ਰਚਾਈ। ਤੇ ਜਪਜੀ ਸਾਹਿਬ ਦੇ ਵਿੱਚ ਆਊਗਾ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ। ਰਹਿਰਾ ਸਾਹਿਬ ਦੇ ਵਿੱਚ ਆਊਗਾ ਹੋਰ ਕਿਤੇ ਤੁਧ ਨ ਗਾਵਨ ਸੇ ਮੈਂ ਚਿਤ ਨ ਆਵਨ। ਹਾਂਜੀ। ਰੰਗੀ ਰੰਗੀ ਭਾਤੀ ਕਾਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਾਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਇਹ ਵੀ ਨੋਟਿਸ ਕਰਿਓ ਕਿ ਕਾਰ ਕਰ ਵੇਖਿਆ ਕੀਤਾ ਆਪਣਾ ਜਪਜੀ ਸਾਹਿਬ ਦੇ ਵਿੱਚ ਕੰਨੇ ਦੇ ਨਾਲ ਆਊਗਾ। ਰਹਿਰਾ ਸਾਹਿਬ ਦੇ ਵਿੱਚ ਆਪਣਾ ਕੰਨੇ ਤੋਂ ਬਗੈਰ। ਸੋ ਪਾਤ ਸਾਹਾ ਪਾਤ ਸਾਹਿਬ। ਤੇ ਰਹਿਰਾ ਸਾਹਿਬ ਦੇ ਵਿੱਚ ਆਊਗਾ ਸੋ ਪਾਤ ਸਾਹਾ ਪਤ ਸਾਹਿਬ। ਇੱਥੇ ਜਪਜੀ ਸਾਹਿਬ ਦੇ ਵਿੱਚ ਪਾਤ ਸਾਹਿਬ ਹੈ, ਕੰਨਾ ਲੱਗਾ ਹੈ ਪੱਪੇ ਤੇ। ਰਹਿਰਾ ਸਾਹਿਬ ਦੇ ਵਿੱਚ ਪੱਪੇ ਤੇ ਪੱਪਾ ਮੁਕਤਾ ਹੈ, ਇੱਥੇ ਪਤ ਸਾਹਿਬ ਹੈ। ਇਹ ਵੀ ਯਾਦ ਰੱਖਣਾ। ਸੋ ਪਾਤ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਤੇ ਇੱਕ ਹੋਰ ਹੁਕਮ ਨਾ ਕਰਨਾ ਜਾਈ ਜਪਜੀ ਸਾਹਿਬ ਦੇ ਵਿੱਚ ਆਉਂਦਾ। ਰਹਿਰਾ ਸਾਹਿਬ ਦੇ ਵਿੱਚ ਆਊਗਾ ਫਿਰ ਹੁਕਮ ਨਾ ਕਰਨਾ ਜਾਈ। ਸਾਧ ਸੰਗਤ ਜੀ, ਇਹ ਕੰਠ ਰੱਖਣਾ, ਇਹ ਯਾਦ ਰੱਖਣਾ ਜਦੋਂ ਕੰਠ ਕਰਦੇ ਬਾਣੀ ਨੂੰ ਕਿ ਇੱਧਰ ਉੱਧਰ ਨਾ ਹੋਵੇ, ਮਿਕਸ ਨਾ ਹੋ ਜਾਵੇ। ਸੋ ਇਹ ਧਿਆਨ ਰੱਖਣਾ, ਇਹ ਡਿਫਰੈਂਸਿਸ ਦਾ। ਸੋ ਹਾਂਜੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਘਾਟ ਇਹ ਬਹੁਤ ਬੋਲਾ ਬੋਲਣਾ। ਜਿੱਥੇ ਵੀ ਘਾਟ ਹੁੰਦਾ ਮੀਨਸ ਵਿਦਿਨ ਐਵਰੀ ਵਰਡ। ਘਾਟ ਇਹ ਬਹੁਤ ਬੋਲਾ ਬੋਲਣਾ। ਘਟ ਨਹੀਂ ਕਹਿਣਾ, ਘਾਟ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਇੱਥੇ ਪਿਆਰੋ ਰਿੱਧ ਸਿੱਧ ਅੱਧਕ ਲਾ ਕੇ ਪਾਠ ਕਰਨਾ। ਸਾਧ ਪੋਲਾ ਪਾਠ ਕਰਨਾ ਸਾਧ, ਕਿਉਂਕਿ ਸਵਾਦ ਦਾ ਵਾਚਕ ਆ। ਜੇ ਕਸ ਕੇ ਪੜਾਂਗੇ ਤਾਂ ਧੱਦਾ ਲੱਗ ਜਾਏਗਾ। ਫਿਰ ਸੇਂਟ ਹੈ ਨਾ, ਮਹਾਂਪੁਰਖ ਦਾ ਵਾਚਕ ਆ। ਰਿੱਧ ਸਿੱਧ ਅਵਰਾ ਸਾਧ ਤਦੇ ਨਾਲ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ। ਇੱਥੇ ਦੁਬਾਰਾ ਪੜ੍ਹਨਾ ਇੱਕ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ। ਦਾਸ ਬੇਨਤੀ ਕਰਨਾ ਚਾਹੁੰਦਾ ਸੰਤੋਖੀ ਪਾਠ ਇਸ ਲਾਏ ਵੀ ਮਾਨ ਵੱਖਰਾ ਅੱਗੋਂ ਬੋਲਣਾ ਹੈ। ਇਹ ਕਰ ਤੇਰੀ ਬੰਦਾ ਹੈ ਦੀਵਾਨ ਤੇ ਉਹ ਦੀਵਾਨ ਅੰਦਰ ਹੈ। ਇਹ ਦੂਜਾ ਅਰਥ ਮੰਨਿਆ ਜਾ ਸਕਦਾ। ਸੰਤ ਦਾ ਜੋ ਪਹਿਲਾ ਮੁੱਖ ਅਰਥ ਹੈ ਉਹ ਇੱਕ ਲਾਏ ਦੀ ਮਾਨ ਕਿ ਪਰਮਾਤਮਾ ਦੀ ਜਿਹੜੀ ਤਮੋਗੁਣ ਸ਼ਕਤੀ ਆ ਉਹ ਬਾਣ ਸਰੂਪ ਮੋਰ ਦੇ ਸਰੂਪ ਵਿੱਚ ਇੱਕ ਕੀਲ ਲਾ ਕੇ ਜੋ ਜੀਵਨ ਪ੍ਰਾਣ ਨੂੰ ਪਾਲਦਾ ਹੈ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਹਨੂੰ ਪੂਰਾ ਖਿੰਡਰ ਕੇ ਹੀ ਪਾਠ ਆਰਾਮ ਨਾਲ ਹੀ ਕਰਨਾ, ਜਿਵੇਂ ਗਿਆਨੀ ਜੀ ਨੇ ਕੀਤਾ। ਆਦ ਅਨੀਲ ਅਨਾਦ ਅਨਾਹਤ। ਅਨਾਹਤ ਤੇ ਵਿਸ਼ਰਾਮ ਹੈ ਤੇ ਅਨੀਲ ਤੇ ਜਮਕੀ ਹੈ। ਆਦ ਅਨੀਲ ਅਨਾਦ ਅਨਾਹਤ। ਠੀਕ ਹੈ ਜੀ।
ਅਖੀਲੇ ਉੱਤੇ ਕਾਫੀ ਵਾਰੀ ਗਲਤ ਪਾਠ ਸੁਣਿਆ ਤੇ ਅਨਾਹਤ। ਠੀਕ ਹੈ ਜੀ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਇੱਕ ਦੂ ਜੀਬਾ ਲੱਖ ਹੋਏ ਲੱਖ ਹੋਏ ਲੱਖ ਵੀਸ। ਠੀਕ ਹੈ ਜੀ। ਲੱਖ ਇਹਦੇ ਵਿਸ਼ਰਾਮ ਹੈ ਜੀ। ਠੀਕ ਲਾਇਆ। ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆ, ਚੜੀਐ ਹੋਏ 21। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ। ਇਸ ਦੇ ਉੱਤੇ ਅੱਧਕ ਦੀ ਲਾ ਕੇ ਪਾਠ ਕਰਨਾ ਹੈ। ਏਤ ਰਾਹ ਪਤ ਪਵੜੀਆ, ਚੜੀਐ ਹੋਏ 21। ਏਕ ਰਾਹ ਪਤ ਪੌੜੀਆਂ, ਚੜੀਆਂ ਹੋਏ 21। ਠੀਕ ਹੈ ਜੀ। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਤੁਸੀਂ ਕੋਈ ਅਰਥ ਦੱਸ ਦਿਓ। ਇਸ ਤਰ੍ਹਾਂ ਆ ਬੇਨਤੀ ਪਿਆਰਿਓ, ਕਈ ਸ਼ਬਦਾਂ ਦੇ ਅਸੀਂ ਬਿੰਦੀਆਂ ਲਾਉਂਦੇ, ਜਿਵੇਂ ਵਡਿਆਈ ਆ ਪਾਠ ਦਾ ਹੈ ਨਾ, ਅਸੀਂ ਵਡਿਆਈਆਂ ਪਾਠ ਕਰਦੇ ਹਾਂ, ਜਿਵੇਂ ਗੱਲਾਂ ਗੱਲਾਂ ਬਿੰਦੀ ਲਾ ਕੇ। ਦ ਅਰਥ ਇਜ਼ ਸੇਮ। ਸੋ ਵਡਿਆਈਆ ਇਜ਼ ਪਲੂਰਲ ਟੂ। ਸੋ ਅਸੀਂ ਬਿੰਦੀ ਲਾ ਦਿੰਦੇ ਹਾਂ ਕਿ ਬਹੁਵਾਚਕ ਬਣ ਜਾਂਦਾ ਹੈ ਨਾ। ਬਟ ਅਸੀਂ ਕੋਸ਼ਿਸ਼ ਕਰਨਾ ਮਹਾਰਾਜ ਦੀ ਕਿਰਪਾ ਨਾਲ, ਜਿੱਥੇ ਬਿੰਦੀ ਨਹੀਂ ਹੈਗੀ ਉੱਥੇ ਬਿੰਦੀ ਲਾਉਣੀ ਨਹੀਂ। ਜਿੱਥੇ ਬਿੰਦੀ ਲਾਉਣੀ ਹੈ, ਜਿਵੇਂ ਅੱਗੇ ਪੰਜ ਗ੍ਰੰਥੀ ਦੇ ਅੱਗੇ ਮਹਾਰਾਜ ਦੀ ਬਾਣੀ ਆਉਂਦੀ ਹੈ ਨਾ, ਉੱਥੇ ਆਪ ਗਿਆਨੀ ਜੀ ਵਿਦਵਾਨ ਬੇਨਤੀ ਕਰਦੇ ਨੇ ਕਿ ਇੱਥੇ ਬਿੰਦੀ ਲਾ ਕੇ ਪਾਠ ਕਰੋ ਅਰਥਾਂ ਲਈ, ਜਿਵੇਂ ਨਾਂਗੇ ਹੈ ਨਾ। ਅਤੇ ਕਿਉਂਕਿ ਇਸ ਬਾਬਤ ਵਿਚਾਰ ਇਸ ਪ੍ਰਕਾਰ ਹੈ ਕਿ ਜਦ ਅਸੀਂ ਆਪਣੇ ਮਨ ਤੋਂ ਬਿੰਦੀਆਂ ਲਾਣੀ ਸ਼ੁਰੂ ਕਰ ਦਿੰਦੇ ਹਾਂ ਨਾ, ਅਤੇ ਕਈ ਮਨਮਤ ਪੰਥ ਦੋਖੀ ਉਹ ਚੀਜ਼ ਦਾ ਫਾਇਦਾ ਚੁੱਕਦੇ ਨੇ। ਕਿਉਂਕਿ ਉਹ ਦੇਖਦੇ ਕਿ ਪੰਥ ਦੇ ਵਿੱਚ ਐਵਰੀ ਗੁਰਸਿੱਖ ਬਿੰਦੀ ਲਾ ਕੇ ਪਾਠ ਕਰਦਾ। ਅਤੇ ਆਪ ਜੀ ਨੂੰ ਪਤਾ ਹੋਏਗਾ, ਗਿਆਨੀ ਜੀ ਬੈਠੇ ਨੇ, ਕਿ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਮਹਾਰਾਜ ਜੀ ਦਾ PDF ਸਰੂਪ ਦੇ ਵਿੱਚ ਬਾਣੀ ਬੜੀ ਛੇੜ ਬਦਲ ਕੀਤੀ ਹੈ। ਉਹਦੇ ਵਿੱਚ ਕਈ ਇਹਨਾਂ ਨੇ ਮੰਗਲ ਬਦਲੇ ਨੇ, ਕਈ ਬਿੰਦੀਆਂ ਲਾਈਆਂ ਆਪਣੇ ਵੱਲੋਂ। ਸੋ ਲੈਟਸ ਜਸਟ ਡੋਂਟ ਗਿਵ ਚਾਂਸ ਟੂ these ਪੰਥ ਵਿਰੋਧੀ people to do any ਛੇੜਛਾੜ with ਮਹਾਰਾਜ ਜੀ ਸਰੂਪ। एक ये भी गल की साथ संगत जी, जितना पाठ बोध है, एक अर्थ बोध भी है, वो कथावाचक वास्ते ਹੁੰਦਾ ਬਿੰਦੀਆਂ ਕਥਾ ਵਿੱਚ ਲਾ ਸਕਦੇ ਆਪਾਂ ਨੂੰ, ਆਪਾਂ ਅਰਥ ਸਮਝਾ ਰਹੇ ਹਾਂ। ਤਾਂ ਜਿਹੜਾ ਪਾਠੀ ਦਾ ਕੰਮ ਉਹ ਪਾਠ ਕਰਨਾ। The best thing for ਪਾਠੀ to do is read how it's written. The kathawaचक is the one who has to know कि this word, this tradition, this word does this। ਜਿਵੇਂ ਆਪਾਂ ਪਿਛਲੀ ਵਾਰੀ ਬੇਨਤੀ ਕੀਤੀ ਸੀ, ਪਾਤਾਲਾ ਇਹ ਪਾਠਿਕ ਵਾਸਤੇ, ਪਾਠੀਆਂ ਵਾਸਤੇ ਵਿਸ਼ਰਾਮ ਮੁੱਖ ਹੈ। और कथावाचक वास्ते कि play around the word, they do anything they want। ਕੀਰਤਨੀਆਂ ਵਾਸਤੇ ਵੱਖਰਾ ਕੰਮ ਹੈ। ਸੋ ਇਸ ਕਰਕੇ ਆਪਾਂ ਪਾਠ ਬਹੁਤ ਸਮਾਗਮ ਹੈ, ਪਾਠੀ ਵਾਸਤੇ ਕੰਮ ਹੈ, ਜਿਵੇਂ ਪਾਠ ਲਿਖਿਆ ਉਦਾਂ ਹੀ ਪਾਠ ਕਰਨਾ ਚਾਹੀਦਾ। ਸਾਧ ਸੰਗਤ ਜੀਓ, ਇੱਥੇ ਅਰਥਾਂ ਮੁਤਾਬਕ ਇਹ ਸ਼ੁਰੂ ਹੁੰਦਾ, ਇੱਕ ਦੂ ਜੀਪਾ ਲੱਖ ਹੋਏ ਲੱਖ ਹੋਵੇ ਲੱਖ ਵੀਸ। ਇੱਥੇ ਸ਼ੁਭ ਇੱਛਾ ਦੀ ਭੂਮਿਕਾ ਦਾ ਅਰਥ ਹੁੰਦਾ। ਉਸ ਤੋਂ ਬਾਅਦ 'ਚ ਆਖਣ ਜੋਰ ਚੁੱਪਾ ਨਹਿ ਜੋਰ, ਇੱਥੇ ਦੂਜੇ ਭੂਮਿਕਾ ਦਾ ਅਰਥ ਹੁੰਦਾ। ਫਿਰ ਉਸ ਤੋਂ ਬਾਅਦ 5 ਖੰਡਾਂ ਦਾ ਵਿਚਾਰ ਕਰਦੇ ਮਹਾਰਾਜ। ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਅਰਥ ਕਰਦੇ ਹਨ, ਅਤੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਵੀ ਇਹ ਅਰਥ ਕਰਦੇ। ਆਪ ਦੀ ਕਥਾ ਸੁਣ ਸਕਦੇ ਇਸ ਪੌੜੀਆਂ ਦਾ, ਫਿਰ ਆਪ ਜੀ ਨੂੰ ਸਮਝ ਆਊਗੀ। ਏਤ ਰਾਹ ਪਤ ਪਵੜੀਆ, ਚੜੀਐ ਹੋਏ 21। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ। ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜਮਾਲ ਮਨ ਸੋਰ। ਜੋਰ ਨ ਸੁਰਤੀ ਗਿਆਨ ਵਿਚਾਰ,
ਜੋਰ ਨ ਜੁਗਤੀ ਛੁਟੈ ਸੰਸਾਰ। ਇਹਦੇ ਵਿੱਚ ਨੋਟ ਕਰਨਾ ਚਾਹੀਏ ਕਿ ਜਿੱਥੇ ਨੰਨਾ ਹਾਹਾ ਪਾਠ ਆ ਰਿਹਾ 2 ਵਾਰੀ, ਬਾਕੀ ਜਗ੍ਹਾ ਨੰਨਾ ਮੁਕਤਾ ਜਿਵੇਂ ਕਿ ਅਮੀ ਜੀ ਨੇ ਵਿਚਾਰ ਕੀਤਾ ਬਿਲਕੁਲ ਸਪਸ਼ਟ ਹੈ। ਨੰਨਾ ਹਾਹਾ ਨੋਟ ਕਰਦਾ 2 ਨੰਨਾ ਹਾ ਹੈਗੇ ਆ, ਉਹਦਾ ਉਚਾਰਨ ਕਰਨਾ ਹੈ। ਦੂਜਾ ਕਿ ਨੰਨਾ ਮੁਕਤਾ ਅੰਦਰ ਜੋਰ ਨਾ ਮੰਗਲ ਤੇ ਨਾ ਜੋਰ, ਇੱਥੇ ਨੰਨਾ ਹਾ ਜੋ ਮਹਿ ਕਰੇਗੇ ਆਪਾਂ ਜੀ। ਠੀਕ ਹੈ। ਤੇ ਸਾਰੀ ਪੰਕਤੀਆਂ ਦੇ ਵਿੱਚ ਆਪ ਜੀ ਦਰਸ਼ਨ ਕਰੋਗੇ। ਨਾਣੇ ਨਾਲ ਪਾਠ ਨੇ, ਮੰਗਣ, ਦੇਣ, ਜੀਵਨ, ਮਰਨ। ਇਹਨੂੰ ਮਰਨ ਜੀਵਨ ਨਹੀਂ ਕਰਨਾ, ਨਾਣਾ ਪੂਰਾ ਬੁਲਾਉਣਾ। ਰਾਣਾ ਇਸ ਨੂੰ ਕਿਸੇ ਕੰਮ ਨਾਣਾ ਨਾਣਾ ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਠੀਕ ਹੈ। ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ। ਜੀ ਗੁਰੂ ਨਾਨਕ ਦੇਵ ਜੀ ਮਹਾਰਾਜ 5 ਖੰਡਾਂ ਦੀ ਵਿਆਖਿਆ ਜਪਜੀ ਸਾਹਿਬ ਦੀ ਦਰਜ ਕੀਤੀ ਆ। ਇਸ ਪੌੜੀ ਵਿੱਚ ਜੋ ਪਹਿਲਾ ਖੰਡ ਹੈ ਧਰਮ ਖੰਡ ਦੀ ਵਿਆਖਿਆ ਚੱਲੀ ਗਈ ਜੀ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਆਪ ਰੱਖੀ ਧਰਮਸਾਲ, ਤਿਸ ਵਿੱਚ ਜੀਵ ਜੁਗਤ ਕੇ ਰੰਗ। ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਥੈ ਸੋਹਨ ਪੰਚ ਪਰਮਾਨ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਓਥੈ ਪਾਇ। ਨਾਨਕ ਦਇਆ ਜਾਪੈ ਜਾਇ, ਧਰਮ ਖੰਡ ਕਾ ਇਹੋ ਧਰਮ। ਗਿਆਨ ਖੰਡ ਕਾ ਆਖੋ ਕਰਮ। ਰਾਜਪਤੀ ਗਿਆਨ ਖੰਡ ਜੀ। ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਇੱਥੇ ਉਚਾਰਨ ਕੀਤਾ, ਕਾਨ ਨਹੀਂ ਕਹਿਣਾ, ਕਾਨ ਮਹੇਸ਼। ਇੱਥੇ ਨੰਨੇ ਤੇ ਹਲੰਤ ਲਾਉਣਾ, ਕੱਸ ਕੇ ਬੋਲਣਾ, ਕਾਨ ਮਹੇਸ਼। ਇੱਥੇ ਕਾਨ ਦਾ ਕ੍ਰਿਸ਼ਨ ਮਹਾਰਾਜ ਜੀ ਦਾ ਵਾਚਕ ਹੈ। ਤੇ ਚੌਪਈ ਸਾਹਿਬ ਦੇ ਵਿੱਚ ਵੀ ਹੁੰਦਾ ਹੈ, ਕਾਨ ਸੁਨੇ ਪਹਿਚਾਨ ਨਾ ਤੈਨੂੰ। ਉੱਥੇ ਬੋਲਾ ਪੜਨਾ ਕੰਨ ਦਾ ਵਾਚਕ। ਤੇ ਇਸੇ ਕਰਕੇ ਮਹਾਰਾਜ ਦੀ ਪਵਿੱਤਰ ਬਾਣੀ ਜਿੱਥੇ ਤੇ ਕ੍ਰਿਸ਼ਨ ਜੀ ਦਾ ਵਾਚਕ ਹੈ, ਆਸਾ ਕੀ ਬਾਤ ਹੁੰਦਾ, ਕਾਨ ਕ੍ਰਿਸ਼ਨ ਜਾਦਮ ਭਿਆ ਬਾਹਰ ਜਾਤ ਗੋਪੀ ਲੈ ਗਿਆ। ਤੇ ਜਿੱਥੇ ਕ੍ਰਿਸ਼ਨ ਜੀ ਦਾ ਵਾਚਕ ਆਏਗਾ ਬ੍ਰਹਮਾ ਦਾ, ਥੋੜਾ ਬ੍ਰਹਮਾ ਕਰਕੇ। ਜਿੱਥੇ ਦਾਸਨ ਹੈ ਨਾ ਇੰਦਰ ਦੇਵਤਾ ਜੀ ਦਾ ਵਾਚਕ ਆਏਗਾ, ਆਪਣੇ ਕੰਮ ਤੋਂ ਪਾਣੀ ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਤੇ ਹਮੇਸ਼ਾ ਪਹਿਲੇ ਕੇਤੇ ਤੇ ਵਿਸ਼ਰਾਮ ਆ ਜਾਣਾ ਆਪਣਾ। ਕੇਤੀਆ ਕਰਮ ਭੂਮੀ ਮੇਰ ਕੇਤੇ। ਠੀਕ ਹੈ। ਕੇਤੇ ਕੇਤੇ ਇਕੱਠਾ ਨਹੀਂ ਕਰਨਾ, ਪੂਰੀ ਪੌੜੀ ਧਿਆਨ ਰੱਖਣਾ ਜੀ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਬਾਦ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਥੈ ਘਾੜਤ ਘੜੀਐ ਬਹੁਤ ਅਨੂਪ। ਬਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਤਥੈ ਘੜੀਐ ਸੁਰਤ ਮਤ ਮਨ ਬੁੱਧ, ਤਥੈ ਘੜੀਐ ਸੁਰਾ ਸਿਦਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਥੈ ਹੋਰ ਨ ਕੋਈ ਹੋਰ। ਤਥੈ ਜੋਧ ਮਹਾਬਲ ਸੂਰ, ਤਥੈ ਹੋਰ ਨ ਕੋਈ ਹੋਰ। ਤਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਥੈ ਸੀਤੋ ਤਥੈ ਸੀਤੋ ਸੀਤਾ ਮਹਿਮਾ ਮਾਹੇ। ਤਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ।
ਨਾ ਓਹ ਮਰਹਿ ਨ ਖਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਜਿਨ ਕੈ ਰਾਮ ਵਸੈ ਮਨ ਮਾਹਿ। ਤੇ ਪਿਛਲੀ ਪੰਕਤੀ 'ਚ ਵੀ ਊੜੇ ਦਾ ਜਦੋਂ ਮੂੰਹ ਖੁੱਲ੍ਹਾ ਤੇ ਊੜੇ ਨੂੰ ਘੋੜਾ ਲੱਗ ਰਿਹਾ। ਉਹ ਗਿਆਨੀ ਜੀ ਦੁਬਾਰਾ ਪਾਠ ਦੱਸਦੇ ਸ਼ੁੱਧ ਸੇ। ਨਾ ਓਹ ਮਰਹਿ ਓਹ ਓਹ ਜੇ ਊੜਾ ਮੂੰਹ ਬੰਦ ਤੇ ਉਹ ਪਾਠ ਹੁੰਦਾ ਜਿੱਦਾਂ ਹੁਣ ਉਹ ਵੱਡਾ ਮੂੰਹ ਖੋਲ ਕੇ ਊੜੇ ਨਾ ਉਹ ਮਰਹ ਨਾ ਠਾਗੇ ਜਾਹਿ ਜਿਨ ਕੈ ਤੇ ਵਿਸ਼ਰਾਮ ਹੈ ਰਾਮ ਵਸੈ ਮਨ ਮਾਹਿ। ਨਾ ਓਹ ਮਰਹਿ ਨਾ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ। ਤਿੱਥੈ ਭਗਤ ਵਸਹਿ ਕੇ ਲੋ ਭਗਤ ਵਸਹ ਉੱਥੇ ਵਸਹ ਤੇ ਵਿਸ਼ਰਾਮ। ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਇ। ਸੱਚਖੰਡ ਵਸੈ ਨਿਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲਵਰ ਭੰਡ ਜੇ ਕੋ ਕਥੈ ਤ ਅੰਤ ਨ ਅੰਤ। ਤਿੱਥੈ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਇੱਥੇ ਜੱਤ ਤੋਂ ਬਾਅਦ ਪਹਾਰਾ ਪੱਪੇ ਕੰਨਾ ਹਾਹੇ ਕੰਨਾ ਰਾਰੇ ਕੰਨਾ ਤੇ ਉੱਥੇ ਹੀ ਵਿਸ਼ਰਾਮ ਹੈ। ਜਤ ਪਹਾਰਾ ਧੀਰਜ ਸੁਨਿਆਰ ਨੰਨੇ ਦੀ ਤਿਆਰੀ ਵੀ ਪੜ੍ਹਨੀ ਹੈ। ਚਲੋ ਇਹ ਜਿਹੜਾ ਪਦ ਹੈ ਨਾ ਜਦ ਤੇ ਪੂਰਾ ਪਾਠ ਕਰਨਾ ਹੈ। ਜਦ ਜਦ ਜਤ ਪਹਾਰਾ ਧੀਰਜ ਸੁਨਿਆਰ ਜਤ ਪਹਾਰਾ ਧੀਰਜ ਸੁਨਿਆਰ। ਅਹਰਣ ਇਹ ਕਾਕੇ ਪਦ ਪੜਨੇ ਆ। ਅਹਰਣ ਮਤ ਵੇਦ ਹਥਿਆਰ ਭਉ ਖੱਲਾ। ਅੱਲਾ ਇੱਥੇ ਅਧਿਕ ਲਾਉਣਾ ਤੇ ਇੱਥੇ ਜ਼ਰੂਰੀ ਆ ਇੱਥੇ ਬਿੰਦੀ ਨਾ ਲਾਓ। ਜੇ ਬਿੰਦੀ ਲਾਈ ਆ ਫਿਰ ਖੱਲਾ ਆਊਗਾ। ਖੱਲਾ ਦਾ ਵਾਚਕ ਹੈ ਮੂਰਖ। ਇਹ ਗਲਤ ਹੈ ਜੀ। ਇੱਥੇ ਖੱਲਾ ਅਧਿਕ ਨਾਲ ਉਚਾਰਨ ਕਰਨਾ। ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਠੀਕ ਹੈ ਪਾਓ ਜੀ ਵਿਸ਼ਰਾਮ। ਇੱਥੇ ਭਾਂਡਾ ਜਿੱਥੇ ਇੱਥੇ ਬਿੰਦੀ ਆ ਦਿਸ ਇਜ਼ ਦਾ ਓਨਲੀ ਬਿੰਦੀ ਇਨ ਜਪਜੀ ਸਾਹਿਬ। ਹੋਰ ਕਿਤੇ ਬਿੰਦੀ ਨਹੀਂ ਆਊਗੀ। ਹਾਂਜੀ Guru Sahib, this body is giving a drishtant. Drishт means an image. Drishtant means a visual example. They started off by saying Jat Pahara. Pahara means Sanyar. The one who can make gold coins, who can make jewelry, that person. Jat is when you say Jat Sat, your celibacy. You're obtaining your emotions, your relationship with your partner only. Jat. Dhiraj Sanyar, the Dhiraj Sanyar. Ahran is this able in English you say. It's like a metal type of thing that's stronger than the metal you put on top and find it. Ved Hathiyar, and the Hathiyar, the hammer you use is the Ved meaning Gyan, Shabad Gurbani. Oh, Kalla is the fan. It's like a bellow. They do this. On Google, if you just type in these words carefully, you can get the English corresponding images to it. Class में एक PDF तैयार की थी for this example, and I have all the pictures of each word. Po khalla po means fear. The fear of God for Vaheguru. जिन्हें आप ये सारे सबके बैठे हुए और we're sitting in the Sharon Maharaj with minimal force. It's not a fear where we're scared, but it's a fear of respect. Po khalla agan karta. From that fan the fire grows. Panda pao amrit prakar. And from that corresponding of the samyar with the jewelry, everything, you get a panda, you get a bowl, and from there you can put amrit inside there. Amrit the prakar, us which amrit ki daat ka jandi hai, Gurbani amrit ki. ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ ਸਲੋਕ। Taksal is takka ਘੜੇ ਜਾਂਦੇ ਆ। Tak means points. Taksal. ਜਿੱਦਾਂ ਹੁਣ ਆਪ ਜੀ ਇੱਥੇ ਬੈਠੇ ਹੋਏ, ਇਹ ਪਾਠਸ਼ਾਲਾ ਹੈ, ਪਾਠਸ਼ਾਲ, where you learn part. Paksal is the kitchen where you learn how to cook.
Daksa is where you can make gold coins, you can learn to make coins. Guru Sahib is giving you the school of how to make that fantasy get on it. ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਇੱਥੇ ਜਗਤ ਉਚਾਰਨ ਕੀਤਾ ਇਹ ਸਹੀ ਹੈ। ਜਗਤ ਨਹੀਂ ਕਹਿਣਾ, ਗਾਉਂਦੇ ਅਸੀਂ ਜਗਤ ਕਹਿ ਲੈਂਦੇ, ਇਹ ਗਲਤ ਹੈ। ਜਿਹੜੀ ਪਿਛਲੀ ਪੰਕਤੀ ਹੈ ਉੱਥੇ ਆਇਆ ਮਹੱਤ, ਉੱਥੇ ਮਹੱਤ ਪਾਠ ਕਰਨਾ, ਅਗਲੀ ਪੰਕਤੀ 'ਚ ਜਗਤ ਦੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਇਹ ਜਿਹੜਾ ਪਦ ਹੈ ਨਾ, ਜੇ ਗੁਰਪਿਆਰੇ ਸੰਥਿਆ ਨਹੀਂ ਹੋ ਜਿਹੜੇ ਗੁਰਸਿੱਖਾਂ ਦੀ ਉਹ ਨੇੜੇ ਪਾਠ ਕਰਦੇ ਆ। ਇਹ ਨੇੜਾ ਹੈ, ਦਲਾਵਾਂ ਦਲਾਈਆਂ ਚਾਹੀਆਂ ਧਿਆਨ ਨਾਲ ਕਰਕੇ। ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਓਲਾ ਸ਼ਬਦ ਚਾਰਨਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਸਖਤ ਉਚਾਰਨ ਕਰਨਾ, ਮ ਸਖਤ, ਮਸਕਤ ਨਹੀਂ ਕਹਿਣਾ, ਮ ਸਖਤ। ਠੀਕ ਹੈ, ਮ ਸਖਤ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਇੱਥੇ ਉਜਲੇ ਉਚਾਰਨ ਕੀਤਾ, ਅੱਧਕ ਲਾ ਕੇ ਕੱਸ ਕੇ, ਇਹ ਸਹੀ ਹੈ। ਉਜਲੇ ਨਹੀਂ ਕਹਿਣਾ, ਸਾਫ਼ ਨਹੀਂ ਬੋਲਣਾ, ਫਿਰ ਗਲਤ ਹੋਊਗਾ। ਉਜਲੇ ਬਲੈਂਕਟ ਵੀ ਨਹੀਂ ਲਾਉਣੀ, ਉਜਲੇ ਵੀ ਨਹੀਂ ਕਰਨਾ ਪਾਠ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਾਰਾ ਬੁਲਾਇਆ ਜੈ ਬਾਬਾ ਬੁੱਢਾ ਜੀ ਮਨੁ ਭਾਵੇ। ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਪਾਠ ਨੂੰ ਸਮਾਗਮ ਦੀ ਸਮਾਪਤੀ ਹੈ ਔਰ ਲੰਗਰ ਤਿਆਰ ਹੈ ਜੀ। ਲੰਗਰ ਦਾ ਹਾਂਜੀ, before you guys go, if there's any questions, you can ask them now. We'll have a special 5 minutes for questions, and then we'll have the lungor downstairs. Is that correct? Lungor is downstairs. Group C will be serving. Group A will be picking up. Okay, for 5-10 minutes you have question and answers. Is there any questions that anyone has? Bonnie Benji has a question. Like oftentimes there is a confusion. Upon your child with the Haha, Rome is good at the suggestion of Mahal Savari, but Haha Mukta, where the Jaran at the end of the chapter is not ਬਾਬੂ ਜੀ ਆਗਿਆ ਹਾਂਜੀ ਹਾਂਜੀ ਭੈਣ ਜੀ, ਜਿੱਦਾਂ ਦਾਸ ਨੇ ਸਿੱਖਿਆ ਉਸਤਾਦਾਂ ਤੋਂ, ਆਗੇ ਦੇ ਦੋ ਵੱਖਰੇ ਉਚਾਰਨ ਹੁੰਦੇ ਆ depending on the language. So if you're looking from Sanskrit, it's a different ucharan. And if you're looking from the Farsi Islamic background, it's a different ucharan. So in Farsi, there's 4 types of Hadi. There's Ha, A, and Ho, right? But basically the onward and Sali. But what happens is that they all write it one way. So whenever you look at the Farsi word that has a Ha at the end, they'll always be the same looking Ha, but they have 4 different pronunciations. So because Punjab is very near to Afghanistan and Persia and all these things, that type of Ha boli is Pachal in our community in Punjab. For example, up in Sajjanapur, we don't say Phone. Even though in Hamacha we learn Ha Mukta Ha, right? So it should be Sahaj. So in Punjabi mein Sahaj na bol. We थोड़े से dash ला के बोल लेंगे अपन, because we are more similar with the Farsi pronunciation of Ha. So the Parjal way of Samkhya is how Bhai Sahib ji, Gandhi ji did the ucharan. That's something you see more commonly. If you look at the Sanskrit ucharan, then you have Pagiti. Pagiti will say Deha, Keha, instead of Kha or Daha, like Jire Aapa Ajkal Kare si, they'll be a little bit different. So that is just that depending on the origin
of Haha you're looking at. Does that make sense? ਤੇ ਤੇ ਜੈਸੇ ਗਿਆਨੀ ਜੀ ਨੇ ਕਿਹਾ ਪਿਆਰਿਓ ਅਗੇਨ ਗੁਰਬਾਣੀ ਵੀ ਜਿਹੜੀ ਖੇਡ ਹੈ ਪ੍ਰੇਮ ਦੀ ਹੈ ਤੇ ਆਪਾਂ ਜੋ ਕੋਈ ਗੁਰਸਿੱਖ ਜਿਵੇਂ ਫੋਰ ਐਗਜ਼ਾਮਪਲ ਤੇ ਗੁਰਬਾਣੀ ਪ੍ਰੇਮ ਦਾ ਖੇਡ ਹੈ ਪਿਆਰਿਓ ਪ੍ਰੇਮ ਦਾ ਵਿਸ਼ਾ ਹੈ ਨਾ ਮਹਾਰਾਜ ਪ੍ਰਤੀ ਪ੍ਰੇਮ ਹੈ ਤੇ ਜੇ ਕੋਈ ਗੁਰਸਿੱਖ ਪਾਠ ਕਰਦਾ ਹੈ ਜਿਵੇਂ ਅਸੀਂ ਪਾਠ ਕੀਤਾ ਭਾਵ ਹੈ ਹਨਾ ਉਹਨੂੰ ਜਿਵੇਂ ਭੈਣ ਜੀ ਨੇ ਕੁਐਸਚਨ ਪੁੱਛਿਆ ਕਿ ਹਾਏ ਸਿਆਰੀ ਹੈ ਮਹਾਰਨੀ ਦੇ ਅਕੋਰਡਿੰਗ ਰਾਈਟ ਬਟ ਸਾਰੀ ਮਹਾਰਾਜ ਦੀ ਗੁਰਬਾਣੀ ਮਹਾਰਨੀ ਦੇ ਅਕੋਰਡਿੰਗ ਹੀ ਨਹੀਂ ਹੈਗੀ ਮਹਾਰਨੀ ਜਸਟ ਫॉर ਗੈਟ ਅਸ ਦ ਬੇਸਿਕਸ ਡਨ ਕਿਉਂਕਿ ਸੰਪਰਦਾਇ ਉਚਾਰਨ ਜੇ ਆਪ ਜੀ ਵੱਡੇ ਮਹਾਂਪੁਰਖਾਂ ਦੀ ਕਥਾ ਸੁਣੋ ਨਾ ਉਹਨਾਂ ਨੇ ਇਸੇ ਤਰ੍ਹਾਂ ਉਚਾਰਨ ਕੀਤਾ ਭਾਵ ਹੈ ਜਾਵ ਹੈ ਹਨਾ ਪਰ ਜਿਹੜੇ ਗੁਰਸਿੱਖ ਭਾਵ ਹੈ ਜਾਵ ਹੈ ਕਰਦੇ ਨੇ ਆਪਾਂ ਉਹਨਾਂ ਨੂੰ ਟੋਕੀਦਾ ਨਹੀਂ ਹੁੰਦਾ ਆਪਾਂ ਕਹਿੰਦੇ ਠੀਕ ਹੈ ਬਟ there's one thing right so you guys need to keep either you're going to choose to stick with ਭਾਵ ਹੈ ਜਾਵ ਹੈ ਉਹ ਹੈ or ਉਹ ਹੈ right stick with that so ਅਸੀਂ ਇਹ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਬੇਨਤੀ ਕਰੀਦੀ ਹੈ ਕਿ stick with one ਉਚਾਰਨ don't have mix up like if you are saying ਪਹਿਲਾ ਭਾਵ ਹੈ then you saying ਜਾਵ ਹੈ either stick with a or either stick with ha and that ha is not a dulama it's like half of the dulama jaldi bol dena hai bhava hai right so it's similar to that but even ਨਿੰਦਿਆ ਨਹੀਂ ਕਰਨੀ ਜਾਂ ਆਪਾਂ ਮਨ 'ਚ ਸੋਚਣਾ ਨਹੀਂ right ਉਹ ਵੀ ਠੀਕ ਹੈ but the ਮੁੱਖ ਪਾਠ ਸੰਪਰਦਾਈ ਪਾਠ if you guys search ਪਟਿਆਲਾ in YouTube ਪਾਠ ਬਹੁਤ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਟਿਆਲਾ so ਉੱਥੇ ਸਮਾਗਮ ਇਸ ਵੈਰੀ ਪਾਪੂਲਰ ਸਮਾਗਮ ਇਨ ਪੰਥ ਵੇ ਗਿਆਨੀ ਸ਼ੇਰ ਸਿੰਘ ਜੀ ਸਿੰਘ ਫਰਮ ਟੈਕਸਾਸ ਨਿਰਮਲੇ ਸਾਧੂ ਐਵਰੀਵਨ ਕਮ ਟੁਗੇਦਰ ਐਂਡ ਡਿਡ 40-45 ਡੇਜ਼ ਪਾਠ ਬੋਧ ਮਹਾਰਾਜ ਜੀ ਇੰਟਾਇਰ ਬਾਣੀ ਤਾਂ ਉੱਥੇ ਵੀ ਉਹਨਾਂ ਨੇ ਇਹ ਮੁੱਖ ਪਾਠ ਇਹੀ ਰੱਖਿਆ ਭਾਵ ਹੈ ਜਾਵ ਹੈ ਤੇ ਇਹ ਬਹੁਤ ਹਾਂਜੀ ਬਾਕੀ ਸਾਧ ਸੰਗਤ ਜੀ ਆਪਾਂ you can never have doubt that we're saying the Bani correct you know ਸਾਡੀ ਕੋਸ਼ਿਸ਼ ਹੈ ਕਿ ਆਪਾਂ ਸ਼ੁੱਧ ਬਾਣੀ ਪੜ੍ਹਨੀ ਚਾਹੁੰਦੇ ਹਾਂ ਤੇ ਬਾਕੀ ਮਹਾਰਾਜ ਚਾਹੁੰਦੇ ਕਿ like what's the correct way ਹੈ ਨਾ correct way ਇਹ ਕਿ ਜੋ ਦੀ ਆਵਾਜ਼ ਨਿਕਲੀ ਉਹ ਸੱਚ ਹੈ ਕਿ ਉਹ we're just trying to give a standard of you know ਜਿਵੇਂ ਭਾਈ ਸਾਹਿਬ ਜੀ ਕਿਹਾ we should just choose a standard and stick with that standard ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਆਪਨੇ If anyone has any other questions, you can take them now. Himmat Singh, you okay? So whenever there's a onkar at the end of a word, so you pronounce that sometimes, right? Well, okay, if it's a vowel, you pronounce it all the time. Ura is a vowel, haha is sometimes a vowel and a constant. So haha is always pronounced as well, ha, onkar. But when it's a constant, then we don't pronounce it. Like the these are all constants. But if it's a like ed, so you will pronounce it's a vowel. Ura is always a vowel. Haha is a vowel sometimes and not other times. Yeya is the same thing. So it just depends if it's a constant or not. And then like Bhai Sahib said so the question that you asked Bhai Sahib is very deep level question when we start doing Santhya and get more indulged upon the Santhya Pravarti study something ਹੁੰਦੀ ਹੈ ਨਾ then like these ਬਹੁਤ ਗੰਦਾ then ਹੁੰਦੀਆਂ ਨੇ so because having onkar all the time because in our panth there is no maryada that ਕਿ ਅਸੀਂ ਕੱਲੀ ਲਾਗ ਮਾਤਰ ਬੁਲਾਉਣੀ ਹੈ right but now that ਗੁਰੂ ਸਾਹਿਬ ਨੇ ਕਿਰਪਾ ਕੀਤੀ we have Gursikhs ਜਿਹੜਾ ਕੱਲੀ ਲਾਗ ਮਾਤਰ ਬੁਲਾ ਕੇ ਪਾਠ ਕਰਦੇ ਨੇ right ਤੇ ਜੇ ਉਹ ਕੱਲੀ ਲਾਗ ਮਾਤਰ ਬੁਲਾਉਂਦੇ ਨੇ then yes we have to speak each and every onkar ਸਿਆਰੀ ਬਿਹਾਰੀ but most of the time the onkar ਜਿਹੜੀ ਕੀਤੀ ਹੁੰਦੀ ਹੈ right based on the ਸ਼ਬਦ ਦੇ ਅਰਥ ਪੰਥ ਦੀ ਤੇ ਚੱਲਤ ਪਾਠ ਨੇ we don't do but sometimes we do we do ucharn based on the earth Yeah. Santhya starts with the Because like the onkar, these are also there for grammar reasons. If an onkar is on a word, it makes it singular. Ekvachya. If the onkar is not there, it makes it plural. Govachya. So depending on the Santhya community you follow, some people will pronounce the onkars everywhere. Depends. Like for Vishnu style, they'll pronounce the onkars everywhere. But the more famous, Prajalpi is famous. The more like popular style of Santhya is what we did today, where we don't pronounce the onkars or consonants. If it comes to the end of the word. so but sometimes you know it is mandatory to pronounce onkar ਅਸੀਂ ਚੌਪਈ ਸਾਹਿਬ ਦੇ ਪਾਠ ਕਰਦੇ ਹਾਂ ਉੱਥੇ ਪੰਕਤੀ ਦੀ ਨਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਤੋਏ ਤੇਤੀ ਤੇ ਪੱਪੇ ਨੂੰ ਓਂਕੜ ਆ ਮੈਂ ਨਾਲ ਵੀ ਸੁਣਿਆ ਉਸਤਾਦ ਕਹਿੰਦੇ ਨੇ ਓਂਕੜ ਬੁਲਾਓ ਉਸ ਤੋਂ ਪਹਿਲਾਂ ਦੋ ਪੰਕਤੀਆਂ ਪਹਿਲਾਂ ਪੜ੍ਹੀ ਜਾਂਦੀ ਉੱਥੇ ਆਪਣੀ ਪਾਠ ਕਰਨਾ ਆ ਉੱਥੇ ਆਪੂ ਨਹੀਂ ਕਰਨਾ ਆ so there are some ਬਹੁਤ ਗੰਢਾਂ ਜਿਹੜੀਆਂ ਖੁੱਲ੍ਹੀਆਂ ਨੇ ਬੰਦੀ ਤੋਂ ਬਹੁਤ ਮੋਟੀ ਪੈਂਦੀ ਜਿਸ ਤੋਂ ਕਿਰਪਾ ਕਰਦੇ ਆ ਨਾ ਗਿਆਨ ਦੇ ਪਾਠ ਖੋਲ੍ਹੇ ਆ but that
And then after you have question, you can write down. You can after this one. तो इनको जो माफ करें जी सारे. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ